Sing it out. And our God reigns. And our God reigns. Forever your kingdom reigns. And our God reigns. And our God reigns. Forever your kingdom reigns. And our God ਹਾਲੇਲੂਇਆ। ਪ੍ਰਭੂ ਯੇਸ਼ੂ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਆਪ ਸਭ ਦਾ ਜੀ ਆਇਆਂ ਨੂੰ ਮਸੀਹ ਦੀ ਬੰਦਗੀ ਵੱਲੋਂ ਚਰਚ ਆਫ ਬਹਿਰੀਨ ਦੀ ਵੱਲੋਂ ਆਪ ਸਭ ਦਾ ਨਿੱਘਾ ਸਵਾਗਤ ਹੈ ਅੱਜ ਦੀ ਇਸ ਆਨਲਾਈਨ ਬੰਦਗੀ ਦੇ ਵਿੱਚ। ਹਾਲੇਲੂਇਆ। ਪ੍ਰਭੂ ਯੇਸ਼ੂ ਮਸੀਹਾ ਜੀ ਮਹਾਨ ਹਨ ਜਿਨ੍ਹਾਂ ਨੇ ਸਾਨੂੰ ਇੱਕ ਵਾਰੀ ਫਿਰ ਮੌਕਾ ਦਿੱਤਾ ਕਿ ਅਸੀਂ ਉਹਨਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਸਾਰੇ ਇੱਕ ਮਨ ਹੋ ਕੇ ਉਹਨਾਂ ਦੀ ਵਡਿਆਈ ਕਰੀਏ, ਉਹਨਾਂ ਦੀ ਪ੍ਰਸ਼ੰਸਾ ਕਰੀਏ। ਹਾਲੇਲੂਇਆ। ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹਾਂ ਔਰ ਪ੍ਰਭੂ ਯੇਸ਼ੂ ਮਸੀਹਾ ਜੀ ਦਾ ਧੰਨਵਾਦ ਕਰਦੇ ਹਾਂ। ਪ੍ਰਭੂ ਯੇਸ਼ੂ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੀ ਇਸ ਆਨਲਾਈਨ ਬੰਦਗੀ ਦੇ ਦੁਆਰਾ ਜੋ ਪ੍ਰਭੂ ਯੇਸ਼ੂ ਤੁਸੀਂ ਸਾਨੂੰ ਸਭ ਨੂੰ ਇੱਕ ਮਨ ਇਕੱਠਿਆਂ ਕੀਤਾ ਹੈ। ਪ੍ਰਭੂ ਯੇਸ਼ੂ ਚਾਹੇ ਜਿਸਮਾਨੀ ਤੌਰ 'ਤੇ ਪ੍ਰਭੂ ਜੀ ਅਸੀਂ ਦੂਰ ਦੂਰ ਹਾਂ, ਚਾਹੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਹਾਂ, ਅਲੱਗ-ਅਲੱਗ ਥਾਵਾਂ ਦੇ ਵਿੱਚ ਹਾਂ, ਪਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਆਤਮਾ ਦੇ ਵਿੱਚ ਔਰ ਇੱਕ ਮਨ ਹੋ ਕੇ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਹਾਂ। ਪ੍ਰਭੂ ਯੇਸ਼ੂ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਅੱਜ ਦੀ ਇਸ ਆਨਲਾਈਨ ਬੰਦਗੀ ਦੇ ਲਈ ਜੋ ਪ੍ਰਭੂ ਯੇਸ਼ੂ ਤੁਸੀਂ ਸਾਡੇ ਦਰਮਿਆਨ ਹੋ ਔਰ ਪ੍ਰਭੂ ਯੇਸ਼ੂ ਮਸੀਹਾ ਦੇ ਪਵਿੱਤਰ ਨਾਮ ਦੇ ਵਿੱਚ ਜੋ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਹਨ ਪ੍ਰਭੂ ਜੀ ਅਸੀਂ ਉਹਨਾਂ ਨੂੰ ਬਲੈਸ ਕਰਦੇ ਹਾਂ। ਪ੍ਰਭੂ ਜੀ ਤੁਸੀਂ ਆਪਣੀ ਕਿਰਪਾ ਆਪਣਾ ਅਨੁਗ੍ਰਹਿ ਸਾਡੇ ਸਾਰਿਆਂ ਦੇ ਉੱਤੇ ਆਉਣ ਦਿਓ। ਪ੍ਰਭੂ ਯੇਸ਼ੂ ਅਸੀਂ ਇੱਕ ਇੱਕ ਭਾਈ ਨੂੰ ਇੱਕ ਇੱਕ ਭੈਣ ਨੂੰ ਅਸੀਂ ਬਲੈਸ ਕਰਦੇ ਹਾਂ, ਆਸ਼ੀਸ਼ਿਤ ਕਰਦੇ ਹਾਂ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ। ਇਹਨਾਂ ਦੇ ਬੰਧਨਾਂ ਨੂੰ ਤੋੜਦੇ ਹਾਂ, ਹਰ ਇੱਕ ਰੋਗ ਨੂੰ ਅਸੀਂ ਦੂਰ ਕਰਦੇ ਹਾਂ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ। ਪ੍ਰਭੂ ਜੀ ਅੱਜ ਦੀ ਬੰਦਗੀ ਇਹ ਆਨਲਾਈਨ ਬੰਦਗੀ ਇਹਨਾਂ ਦੇ ਲਈ ਆਸ਼ੀਸ਼ ਦਾ ਕਾਰਨ ਹੋਵੇ ਪ੍ਰਭੂ ਜੀ, ਔਰ ਤੁਹਾਡੀ ਵਡਿਆਈ ਤੁਹਾਡੀ ਮਹਿਮਾ ਇਹਨਾਂ ਦੇ ਜੀਵਨ ਦੇ ਵਿੱਚ ਪ੍ਰਗਟ ਹੋਵੇ ਪਿਤਾ ਪਰਮੇਸ਼ਵਰ ਜੀ। ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇੰਟਰਨੈਟ ਸੁਵਿਧਾ ਦੇ ਲਈ, ਜਿਸ ਇੰਟਰਨੈਟ ਸੁਵਿਧਾ ਦੇ ਦੁਆਰਾ ਪ੍ਰਭੂ ਯੇਸ਼ੂ ਅਸੀਂ ਸਾਰੇ ਇੱਕ ਮਨ ਇਕੱਠੇ ਹੋਏ ਹਾਂ। ਇਸ ਇੰਟਰਨੈਟ ਨੂੰ ਬਲੈਸ ਕਰੋ ਔਰ ਪ੍ਰਭੂ ਯੇਸ਼ੂ ਸਾਰੀ ਡਿਸਟਰਬਿੰਗ ਦਾ ਆਤਮਾ ਪ੍ਰਭੂ ਯੇਸ਼ੂ ਦੇ ਨਾਮ 'ਚ ਦੂਰ ਰਹੇ ਪ੍ਰਭੂ ਜੀ। ਤੁਹਾਡੀ ਕਿਰਪਾ ਤੁਹਾਡਾ ਅਨੁਗ੍ਰਹਿ ਹਰ ਇੱਕ ਦੇ ਉੱਤੇ ਹੋਵੇ ਪ੍ਰਭੂ ਜੀ। ਖਾਸ ਕਰਕੇ ਪ੍ਰਭੂ ਜੀ ਮੈਂ ਬਾਈ ਟੀਨੂ ਨੂੰ ਉਹਨਾਂ ਦੇ ਸਾਰੇ ਪ੍ਰਭੂ ਯੇਸ਼ੂ ਸਾਜ ਨੂੰ ਮੈਂ ਬਲੈਸ ਕਰਦਾ ਹਾਂ ਪ੍ਰਭੂ ਜੀ। ਜੋ ਵੀ ਅੱਜ ਜੋ ਸਾਜ ਵਜਾਉਣ ਤੁਹਾਡੀ ਅਨੁਗ੍ਰਹਿ ਤੁਹਾਡੀ ਕਿਰਪਾ ਹਰ ਇੱਕ ਦੇ ਉੱਤੇ ਠਹਿਰੇ ਪ੍ਰਭੂ ਯੇਸ਼ੂ ਜੀ। ਸਾਡਾ ਆਰਾਧਨਾ ਕਰਨਾ ਸਾਡੀ ਮਹਿਮਾ ਕਰਨਾ ਤੁਹਾਨੂੰ ਪਸੰਦ ਆਵੇ ਪਿਤਾ ਪਰਮੇਸ਼ਵਰ ਜੀ। ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸਾਰੇ ਮਾਈਕਸ ਨੂੰ ਸਾਰੇ ਇਲੈਕਟ੍ਰੋਨਿਕਸ ਚੀਜ਼ਾਂ ਨੂੰ ਪ੍ਰਭੂ ਜੀ ਅਸੀਂ ਤੁਹਾਡੇ ਪਵਿੱਤਰ ਲਹੂ 'ਚ ਛੁਪਾ ਦਿੰਦੇ ਪ੍ਰਭੂ ਜੀ। ਅਨੁਗ੍ਰਹਿ ਕਰੋ, ਕਿਰਪਾ ਕਰੋ, ਸਾਰਾ ਆਦਰ ਸਾਰੀ ਮਹਿਮਾ ਅਸੀਂ ਤੁਹਾਨੂੰ ਹੀ ਦਿੰਦੇ ਹਾਂ ਪ੍ਰਭੂ ਯੇਸ਼ੂ ਮਸੀਹਾ ਜੀ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ। ਆਮੀਨ ਆਮੀਨ ਹਾਲੇਲੂਇਆ। ਪ੍ਰਭੂ ਆਪ ਸਭ ਨੂੰ ਬੜੀ ਆਸ਼ੀਸ਼ ਬਰਕਤ ਦੇਵੇ। ਇਹ ਸਮਾਂ ਹੈ ਪ੍ਰਭੂ ਯੇਸ਼ੂ ਮਸੀਹਾ ਜੀ ਦੀ ਆਰਾਧਨਾ ਦਾ, ਉਹਨਾਂ ਨੂੰ ਉਸਤਤ ਕਰਨ ਦਾ। ਆਪਣੇ ਦਿਲਾਂ ਨੂੰ ਆਪਾਂ ਝੁਕਾ ਦਿੰਦੇ ਹਾਂ ਪ੍ਰਭੂ ਯੇਸ਼ੂ ਜੀ ਦੇ ਸਾਹਮਣੇ। ਆਪਣੀਆਂ ਨੂੰ ਅੱਖਾਂ ਨੂੰ ਬੰਦ ਕरें ਔਰ ਆਪਣੇ ਦਿਲ ਖੋਲ ਕੇ ਉਹਨਾਂ ਦੀ ਆਰਾਧਨਾ ਦੇ ਲਈ ਆਪਣੇ ਆਪ ਨੂੰ ਤਿਆਰ ਕरें। ਹਾਲੇਲੂਇਆ। ਥੈਂਕ ਯੂ ਯੇਸ਼ੂ। ਦਿਲ ਦੇ ਨਾਲ
पहने हुए देखता यीशु को, सात दीपों के बीच में पूर्ण शोभायमान, सुनहरी वस्त्र पहने हुए देखता यीशु को, आदि और अंत भी यीशु ही है। स्तुति और महिमा के योग्य तू ही है। हालेलुया, 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 हालेलुया। तेरा रूप तेरे ख्याल मुझ में होने दे, तेरी आत्मा की शक्ति में मुझ में बहने दे, तेरा रूप तेरे ख्याल मुझ में होने दे, तेरी आत्मा की शक्ति भी मुझ में बहने दे। आदि और अंत भी यीशु तू ही है। स्तुति और महिमा के योग्य तू ही है। हालेलुया, हालेलुया। आदि और हालेलुया, हालेलुया। मेरी मर्जी ना चाहूं मैं, प्रेमी यीशु मेरे, तेरी इच्छा की भरपूरी में रोशन हो प्रभु। मेरी मर्जी ना चाहूं मैं, प्रेमी यीशु मेरे, तेरी इच्छा की भरपूरी में रोशन हो प्रभु। आदि और अंत भी यीशु तू ही है। स्तुति और महिमा के योग्य तू ही है। हालेलुया, 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 हालेलुया।
दीपों के बीच में पूर्ण शोभायमान, सुनहरी वस्त्र पहने हुए देखता यीशु को, सात दीपों के बीच में पूर्ण शोभायमान, सुनहरी वस्त्र पहने हुए देखता यीशु को, आदि और अंत भी यीशु तू ही है, स्तुति और महिमा के योग्य तू ही है। हालेलुया, 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 प्रभु यीशु जी दे के प्रार्थना करें कि प्रभु यीशु तुहाडा रूप तुहाडे ख्याल साडे उत्ते आउण दे। प्रभु यीशु साडे गुप्त पाप प्रभु यीशु तुसी माफ करो प्रभु जी, और अपनी मौजूदगी नूं अपने सुभाव नूं अपने कम्मां नूं साडे उत्ते आउण दिओ प्रभु यीशु। ओ लॉर्ड असीं पापी हां ते तुसी बख्शणहार हो, असीं पाप कीते और तुसी साडे बदले अपना लहू बहाया प्रभु यीशु। प्रभु यीशु सानू माफ करो, इस आराधना दे वेले अपने पाप दा अंगीकार करो, अपनियां कन्ना दे द्वारा कीते हुए पाप माफी दे लई अपने आप दा अंगीकार करो, अपनी अखां दे द्वारा कीते हुए पाप नूं अंगीकार करो, अपनी सोचां दे विच कीते हुए पाप नूं अंगीकार करो, अपने मुंह दे द्वारा कीते हुए पाप नूं अंगीकार करो, क्योंकि प्रभु यीशु आराधना दे विच अज तुहाडे पाप नूं पूरी तरह दे नाल साफ पाक कर देवेगा। और प्रभु दा वचन कहता है मैं तुहानू नवा दिल नवी आत्मा देंगा, तुहाडे अंदर मांस दा दिल अज प्रभु यीशु देणगे। तुसी आराधना करो, प्रभु यीशु दी आराधना करो, वही आराधना दे योग्य है। हालेलुया, हालेलुया, हालेलुया। तेरा रूप तेरे कया मुझ में होने दे, तेरी आत्मा की शक्ति भी मुझ में बहने दे। समर्पण करते हुए तेरा रूप तेरे खया मुझ में होने दे, तेरी आत्मा की शक्ति भी मुझ में बहने दे। आदि और अंत भी यीशु तू ही है,
ਯੀਸ਼ੂ ਮਸੀਹਾ ਜੀ ਦੇ ਪਵਿੱਤਰ ਨਾਮ ਦੇ ਵਿੱਚ ਸਾਰਾ ਪਾਪ ਦਾ ਖਿਆਲ ਜਾਂਦਾ ਰਹੇ, ਸਾਰਾ ਉਹ ਰੂਪ ਜੋ ਸ਼ੈਤਾਨ ਦਾ ਹੈ, ਜੋ ਦੁਸ਼ਟ ਆਤਮਾ ਦਾ ਹੈ, ਜਾਂਦਾ ਰਹੇ ਪ੍ਰਭੂ ਯੀਸ਼ੂ ਦੇ ਨਾਮ ਦੇ ਵਿੱਚ। ਪ੍ਰਭੂ ਯੀਸ਼ੂ, ਵੀ ਵਰਸ਼ਿਪ ਯੂ। ਪ੍ਰਭੂ ਜੀ, ਅਸੀਂ ਤੁਹਾਡੀ ਆਰਾਧਨਾ ਕਰਦੇ ਹਾਂ, ਅਸੀਂ ਤੁਹਾਡੀ ਆਰਾਧਨਾ ਕਰਦੇ ਹਾਂ ਪ੍ਰਭੂ ਯੀਸ਼ੂ, ਪ੍ਰਭੂ ਯੀਸ਼ੂ, ਪ੍ਰਭੂ ਯੀਸ਼ੂ। ਹਾਲੇਲੂਇਆ, 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 ਹਾਲੇਲੂਇਆ। ਦਿਲ ਦੇ ਨਾਲ ਕਹੇ, ਪ੍ਰਭੂ ਯੀਸ਼ੂ, ਮੇਰੇ ਅੰਦਰ ਮੇਰੇ ਖਿਆਲ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਣ ਪ੍ਰਭੂ ਜੀ। ਮੇਰੀਆਂ ਸੋਚਾਂ ਦੇ ਵਿੱਚੋਂ ਪ੍ਰਭੂ ਯੀਸ਼ੂ ਸਭ ਪੁਰਾਣਾ ਜਾਂਦਾ ਰਹੇ ਪ੍ਰਭੂ ਯੀਸ਼ੂ। ਪ੍ਰਭੂ ਯੀਸ਼ੂ, ਪ੍ਰਭੂ ਯੀਸ਼ੂ, ਮੇਰਾ ਪੁਰਾਣਾ ਮਨੁੱਖ ਮਰ ਜਾਵੇ ਪ੍ਰਭੂ, ਔਰ ਮੈਂ ਤੁਹਾਡੇ ਵਿੱਚ ਜੋ ਨਵੀਂ ਇਨਸਾਨੀਅਤ ਹੈ, ਜੋ ਨਵੀਂ ਸ੍ਰਿਸ਼ਟੀ ਹੈ ਪ੍ਰਭੂ, मैं वो बन जाऊं प्रभु यीशु। सारे पाप नू खत्म करो प्रभु यीशु। ਬਾਈਬਲ ਦੇ ਵਿੱਚ ਲਿਖਿਆ ਹੈ, ਜਦੋਂ ਵੀ ਅਸੀਂ ਪ੍ਰਭੂ ਯੀਸ਼ੂ ਦਾ ਨਾਮ ਪੁਕਾਰਦੇ ਹਾਂ, ਉਹ ਸਾਡੇ ਅੰਗ ਸੰਗ ਹੋ ਜਾਂਦੇ ਹਨ, ਸਾਡੇ ਅੰਦਰ ਪ੍ਰਭੂ ਦੀ ਸ਼ਕਤੀ ਕੰਮ ਕਰਦੀ ਹੈ। अपने आप को समर्पण करें, अपने आप को समर्पण करें, समर्पण करो, समर्पण करो प्रभु यीशु दे ले अपना हृदय, अपना आत्मा, अपना दिल। प्रभु यीशु दी आवाज नू सुनो जो पुकार के कहता, मेरे बेटे मेरी बेटी, उस क्रूस वाल देख, मैं तेरे सारे पाप उथे चुका दिते हैं, मैं अपना कीमती लहू तेरे लिए बहा दिता है, तेरे एक एक सोच ते, तेरे एक एक पाप दा कीमत मैं अपने लहू ना चुकाई है। मेरे कोल आ मेरे बेटे, मेरी बेटी मेरे कोल आ, मैं तेरा परमेश्वर हूं, तू मेरी संतान है, तू मेरी चुनी हुई कौम है, मैं तेनू छुड़ाया है, मैं तेनू बचाया है, और तू मेरे नाल है। यीशुआ 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 यीशुआ। प्रभु यीशुआ तुहाडे हृदय नू, तुहाडी आत्मा नू, तुहाडे शरीर नू आज बदल देणगे। आज तुहाडे अंदर प्रभु यीशुआ दा दिता होया दिल, प्रभु यीशुआ दा आत्मा तुहाडे अंदर वास करेगा। अपने शरीर ते हाथ रख के कहीं, मेरा शरीर प्रभु यीशुआ तेरी आत्मा दा मंदिर है, और मैं अपने शरीर दा हकदार
ਤੁਹਾਨੂੰ ਬਣਾਉਂਦਾ ਹਾਂ। ਮੈਂ ਆਪਣੇ ਸਰੀਰ ਦਾ ਅਧਿਕਾਰ ਤੁਹਾਨੂੰ ਦਿੰਦਾ ਹਾਂ। ਮੇਰੇ ਸਰੀਰ ਦੇ ਉੱਤੇ, ਮੇਰੀ ਆਤਮਾ ਦੇ ਉੱਤੇ, ਮੇਰੇ ਹਿਰਦੇ ਦੇ ਉੱਤੇ ਤੁਹਾਡਾ ਹੱਕ ਹੋਵੇ, ਤੁਹਾਡਾ ਅਧਿਕਾਰ ਹੋਵੇ, ਔਰ ਤੁਸੀਂ ਇਸ ਸਰੀਰ ਨੂੰ, ਇਸ ਮਿੱਟੀ ਦੇ ਬਰਤਨ ਨੂੰ ਇਸਤੇਮਾਲ ਕਰੋ। ਪ੍ਰਭੂ ਜੀ, ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਇਹੋ ਜਿਹਾ ਬਣਾਓ ਪ੍ਰਭੂ ਯਿਸੂ, ਇਹੋ ਜਿਹਾ ਬਣਾਓ ਪ੍ਰਭੂ ਯਿਸੂ। ਮੇਰੀ ਮਰਜ਼ੀ ਮੈਂ ਨਾ ਚਾਹਾਂ, ਤੁਸੀਂ ਮੇਰੇ ਪ੍ਰਭੂ ਇਸ ਉੱਤੇ ਕੰਮ ਕਰੋ ਪ੍ਰਭੂ ਯਿਸੂ। ਆਪਣੇ ਆਪ ਨੂੰ ਪ੍ਰਭੂ ਯਿਸੂ ਦੇ ਸਮਰਪਣ ਕरें। ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ ਯਿਸੂ ਪ੍ਰਭੂ ਯਿਸੂ ਜੀ, ਅੱਜ ਜਿਨ੍ਹਾਂ ਨੇ ਵੀ ਤੁਹਾਡੇ ਅੱਗੇ ਸਿਰ ਝੁਕਾਏ ਹਨ, ਤੁਸੀਂ ਉਹਨਾਂ ਦੇ ਹਾਲਾਤਾਂ ਨੂੰ ਜਾਣਦੇ ਹੋ ਪ੍ਰਭੂ ਜੀ, ਤੁਸੀਂ ਉਹਨਾਂ ਦੇ ਜੀਵਨ ਨੂੰ ਜਾਣਦੇ ਹੋ ਪ੍ਰਭੂ ਯਿਸੂ। ਉਹਨਾਂ ਦੇ ਜੀਵਨ ਦੇ ਵਿੱਚ ਤੁਸੀਂ ਕੰਮ ਕਰੋ ਪ੍ਰਭੂ ਯਿਸੂ, ਉਹਨਾਂ ਦੇ ਜੀਵਨ ਨੂੰ ਤੁਸੀਂ ਬਲੈਸ ਕਰੋ ਪ੍ਰਭੂ ਯਿਸੂ, ਔਰ ਉਹਨਾਂ ਦੇ ਜੀਵਨ ਦੇ ਵਿੱਚ ਤਰੱਕੀ ਹੋਣ ਦਿਓ ਪ੍ਰਭੂ ਯਿਸੂ। ਆਤਮਾ ਦੇ ਵਿੱਚ, ਸਰੀਰ ਦੇ ਵਿੱਚ ਯਿਸੂ ਮਸੀਹ ਦੇ ਨਾਮ 'ਚ ਬਲੈਸ ਹੋ ਜਾਣ ਪ੍ਰਭੂ ਜੀ। ਤੁਹਾਡੀ ਕਿਰਪਾ, ਤੁਹਾਡਾ ਅਨੁਗ੍ਰਹਿ ਸਾਡੇ ਸਭ ਦੇ ਉੱਤੇ ਹੋਵੇ ਪ੍ਰਭੂ ਜੀ। ਸਾਰਾ ਆਦਰ ਮਾਨ ਮਹਿਮਾ ਅਸੀਂ ਤੁਹਾਨੂੰ ਹੀ ਦਿੰਦੇ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਹਾਲੇਲੂਇਆ। ਸੱਚਮੁੱਚ ਸਾਡਾ ਪ੍ਰਭੂ ਮਹਾਨ ਹੈ, ਜੋ ਸਾਨੂੰ ਪਿਆਰ ਕਰਦਾ ਹੈ, ਸਾਡੇ ਉੱਤੇ ਆਪਣਾ ਅਨੁਗ੍ਰਹਿ, ਆਪਣੀ ਦਇਆ ਕਰਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਅੱਜ ਇਸ ਆਰਾਧਨਾ ਦੇ ਵੇਲੇ ਜਿਨ੍ਹਾਂ ਨੇ ਵੀ ਆਪਣੇ ਆਪ ਨੂੰ ਸਮਰਪਣ ਕੀਤਾ ਹੈ, ਆਪਣੇ ਗੁਨਾਹਾਂ ਦੀ ਮਾਫੀ ਦੇ ਲਈ ਆਪਣੇ ਖੁਦਾਵੰਦ ਪ੍ਰਭੂ ਯਿਸੂ ਨੂੰ ਪੁਕਾਰਿਆ ਹੈ, ਉਹ ਅੱਜ ਖਾਲੀ ਨਹੀਂ ਜਾਣਗੇ, ਉਹ ਖਾਲੀ ਨਹੀਂ ਜਾਣਗੇ, ਕਿਉਂਕਿ ਸਾਡਾ ਖੁਦਾਵੰਦ ਭਲਾ ਤੇ ਦਿਆਲੂ ਪਰਮੇਸ਼ਵਰ ਹੈ। ਹਾਲੇਲੂਇਆ। ਮੈਂ ਵਿਸ਼ਵਾਸ ਕਰਦਾ ਹਾਂ ਪ੍ਰਭੂ ਯਿਸੂ ਨੇ ਆਪਣੀ ਭਰਪੂਰੀ ਦੇ ਵਿੱਚੋਂ ਤੁਹਾਨੂੰ ਭਰਪੂਰ ਕੀਤਾ ਹੈ, ਸਾਨੂੰ ਭਰਪੂਰ ਕੀਤਾ ਹੈ, ਔਰ ਖੁਦਾਵੰਦ ਯਿਸੂ ਸਾਡੇ ਅੰਗ ਸੰਗ ਹੈ। ਹਾਲੇਲੂਇਆ, ਹਾਲੇਲੂਇਆ। ਔਰ ਆਓ ਅਸੀਂ ਅੱਜ ਦੇ ਪਵਿੱਤਰ ਵਚਨ ਦੇ ਵਿੱਚ ਚੱਲਦੇ ਹਾਂ। ਆਪਣੇ ਆਪ ਨੂੰ ਤਿਆਰ ਕरें, ਆਪਣੇ ਦਿਲ ਦੀ ਜ਼ਮੀਨ ਨੂੰ ਪ੍ਰਭੂ ਯਿਸੂ ਜੀ ਦੇ ਸਾਹਮਣੇ ਖੋਲ ਦੇं, ਔਰ ਪ੍ਰਭੂ ਯਿਸੂ ਦਾ ਵਚਨ, ਪ੍ਰਭੂ ਯਿਸੂ ਦੇ ਵਚਨ ਰੂਪੀ ਬੀਜ ਤੁਹਾਡੇ ਦਿਲਾਂ ਦੀ ਜ਼ਮੀਨ ਦੇ ਉੱਤੇ ਜਦੋਂ ਆਵੇ, ਉਹਨੂੰ ਕੋਈ ਵੀ ਪੰਛੀ ਚੁਰਾ ਨਾ ਸਕੇ, ਕੋਈ ਵੀ ਆਪਣੇ ਪੈਰਾਂ ਥੱਲੇ ਮਿੱਧ ਨਾ ਸਕੇ, ਕੋਈ ਵੀ ਝਾੜੀਆਂ ਦੇ ਹੇਠਾਂ ਨਾ ਦੱਬਿਆ ਜਾਵੇ, ਬਲਕਿ 30 ਗੁਣਾ 60 ਗੁਣਾ 100 ਗੁਣਾ ਫਲ ਲੈ ਕੇ ਆਵੇ। ਹਾਲੇਲੂਇਆ। ਆਪਣੇ ਆਪ ਨੂੰ ਤਿਆਰ ਕਰੋ, ਆਪਣੇ ਹਿਰਦੇ ਨੂੰ ਤਿਆਰ ਕਰੋ, ਔਰ ਪ੍ਰਾਰਥਨਾ ਦੇ ਵਿੱਚ ਕਹੋ, ਪ੍ਰਭੂ ਯਿਸੂ ਮੈਂ ਆਪਣੇ ਆਪ ਨੂੰ, ਆਪਣੇ ਦਿਲ ਦੀ ਜ਼ਮੀਨ ਨੂੰ ਤੁਹਾਡੇ ਅੱਗੇ ਰੱਖਦਾ ਹਾਂ ਪ੍ਰਭੂ ਜੀ। ਤੁਹਾਡਾ ਪਵਿੱਤਰ ਲਹੂ ਛਿੜਕ ਕੇ ਇਹ ਦਿਲ ਦੀ ਜ਼ਮੀਨ ਨੂੰ ਮੈਂ ਪਵਿੱਤਰ ਕਰਦਾ ਹਾਂ, ਉਹ ਬੰਜ਼ਰ ਤੋਂ ਇਹਨੂੰ ਖੁਦਾਵੰਦ ਜੀ ਉਪਜਾਊ ਕਰਦਾ ਹਾਂ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਮੀਨ ਤੋਂ ਇਸ ਵਚਨ ਦੇ ਦੁਆਰਾ 30 ਗੁਣਾ 60 ਗੁਣਾ 100 ਗੁਣਾ ਫਲ ਲੈ ਕੇ ਆਵਾਂ ਪ੍ਰਭੂ। ਔਰ ਖੁਦਾਵੰਦ ਜੀ ਤੇਰੇ ਰਾਜ ਦੇ ਵਿੱਚ ਮੈਂ ਖੁਦਾਵੰਦ ਜੀ ਇਸਤੇਮਾਲ ਹੋਵਾਂ। ਹਾਲੇਲੂਇਆ, ਹਾਲੇਲੂਇਆ। ਅੱਜ ਦਾ ਜੋ ਪਵਿੱਤਰ ਵਚਨ ਦਾ ਜੋ ਟੌਪਿਕ ਹੈ ਕਿ ਤੂਫਾਨਾਂ ਦੇ ਵਿੱਚ ਵੀ ਪ੍ਰਭੂ ਯਿਸੂ ਦੇ ਉੱਤੇ ਆਪਣਾ ਭਰੋਸਾ ਰੱਖੋ। ਹਾਲੇਲੂਇਆ। ਤੂਫਾਨਾਂ ਦੇ ਵਿੱਚ ਵੀ ਆਪਣੇ ਪਰਮੇਸ਼ਵਰ ਦੇ ਉੱਤੇ, ਪ੍ਰਭੂ ਯਿਸੂ ਦੇ ਉੱਤੇ ਭਰੋਸਾ ਰੱਖੋ। ਹਾਲੇਲੂਇਆ। ਇੱਕ ਗੱਲ ਨੂੰ ਹਮੇਸ਼ਾ ਆਪਣੇ ਹਿਰਦੇ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਪੱਕੀ ਕਰਕੇ ਬੰਨ ਲਓ ਕਿ ਇਸ ਸੰਸਾਰ ਦੇ ਵਿੱਚ ਸਥਿਰ ਕੁਝ ਵੀ ਨਹੀਂ ਹੈ ਸਿਵਾਏ ਪ੍ਰਭੂ ਯਿਸੂ ਤੋਂ। ਉਹਦੇ ਵਚਨਾਂ ਤੋਂ ਇਲਾਵਾ ਕੋਈ ਵੀ ਚੀਜ਼ ਸਥਿਰ ਨਹੀਂ ਹੈ। ਬਹੁਤ ਸਾਰੇ ਵਿਸ਼ਵਾਸੀ ਆਪਣਾ ਮਨ, ਆਪਣਾ ਸਭ ਕੁਝ ਸੰਸਾਰ ਦੀਆਂ ਵਸਤਾਂ ਦੇ ਉੱਤੇ ਲਾਉਂਦੇ ਹਨ। ਸੰਸਾਰ ਦੀਆਂ ਵਸਤਾਂ, ਸੰਸਾਰ ਦੀ ਚਮਕ ਦਮਕ ਉਸ ਹਮੇਸ਼ਾ ਦੇ ਲਈ ਨਹੀਂ ਹੈ। ਪੈਸਾ ਹਮੇਸ਼ਾ ਦੇ ਲਈ ਨਹੀਂ ਹੈ, ਆਸ਼ੀਸ਼ਾਂ ਹਮੇਸ਼ਾ ਦੇ ਲਈ ਨਹੀਂ ਹਨ, ਲੇਕਿਨ ਪ੍ਰਭੂ ਯਿਸੂ ਉਹਨਾਂ ਦੇ ਨਾਲ ਬਣਾਇਆ ਹੋਇਆ ਤੁਹਾਡਾ ਰਿਸ਼ਤਾ ਉਹ ਹਮੇਸ਼ਾ ਦੇ ਲਈ ਹੈ, ਉਹ ਅੰਤ ਤੱਕ ਹੈ। ਆਦ ਵੀ ਪ੍ਰਭੂ ਯਿਸੂ ਹੈ, ਅੰਤ ਵੀ ਪ੍ਰਭੂ ਯਿਸੂ ਹੈ, ਅਲਫਾ ਵੀ ਪ੍ਰਭੂ ਯਿਸੂ ਹੈ ਤੇ ਓਮੇਗਾ ਵੀ ਪ੍ਰਭੂ ਯਿਸੂ ਹੈ। ਹਾਲੇਲੂਇਆ।
ਜਦੋਂ ਅਸੀਂ ਆਪਣੇ ਖੁਦਾਵੰਦ ਆਪਣੇ ਪਰਮੇਸ਼ਵਰ ਨੂੰ ਅਸੀਂ ਆਪਣੇ ਨਾਲ ਰੱਖਦੇ ਹਾਂ, ਜਦੋਂ ਸਾਡਾ ਭਰੋਸਾ ਉਹਦੇ ਉੱਤੇ ਹੁੰਦਾ ਹੈ, ਤਾਂ ਉਹ ਪ੍ਰਭੂ ਯੀਸ਼ੂ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਕੰਮ ਕਰਦੇ ਹਨ। ਹਾਲੇਲੂਇਆ। ਸਾਡੇ ਤੂਫਾਨਾਂ ਦੇ ਵਿੱਚ ਵੀ ਉਹ ਸਾਨੂੰ ਪਾਰ ਲੈ ਕੇ ਜਾਣ ਦੀ ਕੁਦਰਤ ਰੱਖਦੇ ਹਨ, ਸ਼ਕਤੀ ਰੱਖਦੇ ਹਨ, ਕਿਉਂਕਿ ਉਹਨਾਂ ਦਾ ਸੁਭਾਅ ਇੱਦਾਂ ਦਾ ਹੈ। ਉਹਨਾਂ ਦਾ ਸੁਭਾਅ ਇੱਦਾਂ ਦਾ ਹੈ। ਜੋ ਪ੍ਰਭੂ ਯੀਸ਼ੂ ਦੇ ਉੱਤੇ ਆਪਣੀ ਨਿਗਾਹ ਰੱਖਦੇ ਹਨ, ਪ੍ਰਭੂ ਯੀਸ਼ੂ ਵੀ ਉਹਨਾਂ ਦੇ ਉੱਤੇ ਆਪਣੀ ਨਿਗਾਹ ਰੱਖਦਾ ਹੈ। ਜੋ ਪ੍ਰਭੂ ਯੀਸ਼ੂ ਨੂੰ ਪਹਿਲ ਦਿੰਦੇ ਹਨ, ਪ੍ਰਭੂ ਯੀਸ਼ੂ ਵੀ ਉਹਨਾਂ ਨੂੰ ਪਹਿਲ ਦਿੰਦੇ ਹਨ। ਹਾਲੇਲੂਇਆ, ਹਾਲੇਲੂਇਆ। ਇਹ ਪ੍ਰਭੂ ਯੀਸ਼ੂ ਦੀ ਦਇਆ ਔਰ ਪਿਆਰ ਹੀ ਹੈ ਜੋ ਹਮੇਸ਼ਾ ਦੇ ਲਈ ਸਥਿਰ ਹੈ। ਮੇਰੇ ਭੈਣੋ ਤੇ ਭਰਾਵੋ, ਪ੍ਰਭੂ ਯੀਸ਼ੂ ਦਾ ਪਿਆਰ, ਉਹਨਾਂ ਦੀ ਕਿਰਪਾ, ਉਹਨਾਂ ਦਾ ਨਾਮ, ਉਹਨਾਂ ਦੇ ਵਚਨ ਹਮੇਸ਼ਾ ਹਮੇਸ਼ਾ ਸਥਿਰ ਰਹਿਣ ਵਾਲੇ ਹਨ। ਬਹੁਤ ਸਾਰੇ ਵਿਸ਼ਵਾਸੀ ਅੱਜ ਪ੍ਰਭੂ ਯੀਸ਼ੂ ਜੀ ਨੂੰ ਫੋਲੋ ਕਰਦੇ ਹਨ, ਪ੍ਰਭੂ ਯੀਸ਼ੂ ਦੇ ਪਿੱਛੇ ਹਨ, ਕਿਉਂਕਿ ਉਹ ਚਾਹੁੰਦੇ ਹਨ ਸੰਸਾਰ ਦੀਆਂ ਆਸ਼ੀਸ਼ਾਂ, ਸੰਸਾਰ ਦੀ ਮਹਿਮਾ, ਸੰਸਾਰ ਦੀਆਂ ਗੱਲਾਂ, ਛੁਟਕਾਰਾ, ਚੰਗਾਈ, ਇਹ ਸਭ ਕੁਝ। ਹਾਲੇਲੂਇਆ। ਪਰ ਪ੍ਰਭੂ ਯੀਸ਼ੂ ਤੁਹਾਨੂੰ ਹਮੇਸ਼ਾ ਦਾ ਜੀਵਨ ਦੇਣਾ ਚਾਹੁੰਦੇ ਹਨ, ਸ਼ਾਂਤੀ ਦਾ ਜੀਵਨ ਦੇਣਾ ਚਾਹੁੰਦੇ ਹਨ। ਹੋਰ ਪ੍ਰਭੂ ਯੀਸ਼ੂ ਤੁਹਾਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਹਨ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਪ੍ਰਭੂ ਯੀਸ਼ੂ ਹੀ ਤੂਫਾਨਾਂ ਦੇ ਵਿੱਚ, ਤੁਹਾਡੀਆਂ ਚੁਣੌਤੀਆਂ ਦੇ ਵਿੱਚ, ਤੁਹਾਡੀਆਂ ਚਿੰਤਾਵਾਂ ਦੇ ਵਿੱਚ ਤੁਹਾਨੂੰ ਬਾਹਰ ਕੱਢਣ ਦੀ ਕੁਦਰਤ ਰੱਖਦੇ ਹਨ, ਸ਼ਕਤੀ ਰੱਖਦੇ ਹਨ। ਹਾਲੇਲੂਇਆ। ਦੋ ਤਰ੍ਹਾਂ ਦੀਆਂ ਮੁਸ਼ਕਲਾਂ ਵਿਸ਼ਵਾਸੀ ਜੀਵਨ ਦੇ ਵਿੱਚ ਬਣੀਆਂ ਰਹਿੰਦੀਆਂ ਹਨ। ਇਹ ਧਿਆਨ ਦੇਣ ਦੀ ਲੋੜ ਹੈ। ਜਦੋਂ ਸੁੱਖ ਹੁੰਦਾ ਹੈ, ਜਦੋਂ ਖੁਸ਼ੀ ਹੁੰਦੀ ਹੈ, ਜਦੋਂ ਸ਼ਾਂਤੀ ਹੁੰਦੀ ਹੈ, ਜਦੋਂ ਸਭ ਕੁਝ ਠੀਕ ਚੱਲਦਾ ਹੈ, ਤਾਂ ਉਸ ਵੇਲੇ ਵਿਸ਼ਵਾਸੀ ਸੋਚਦਾ ਹੈ ਹੁਣ ਮੈਨੂੰ ਪ੍ਰਭੂ ਦੀ ਲੋੜ ਨਹੀਂ ਹੈ, ਕਿਉਂਕਿ ਮੇਰੀ ਭਗਤੀ, ਮੇਰੇ ਰੋਜੇ, ਮੇਰੀ ਪ੍ਰਾਰਥਨਾ, ਮੇਰਾ ਸੰਬੰਧ ਜਿਹੜਾ ਹੈ ਦਾਸਾਂ ਦੇ ਨਾਲ, ਉਹਦੀ ਵਜ੍ਹਾ ਦੇ ਨਾਲ ਸਭ ਕੁਝ ਸ਼ਾਂਤ ਹੈ, ਸਭ ਕੁਝ ਭਲਾਈ ਹੈ, ਸਭ ਕੁਝ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਇਹ ਬਹੁਤ ਵੱਡੀ ਮੁਸ਼ਕਲ ਹੁੰਦੀ ਹੈ ਜਦੋਂ ਸਭ ਕੁਝ ਸੁੱਖ ਤੇ ਸ਼ਾਂਤੀ ਹੁੰਦੀ ਹੈ। ਵਿਸ਼ਵਾਸੀ ਪ੍ਰਭੂ ਯੀਸ਼ੂ ਤੋਂ ਦੂਰ ਹੋ ਜਾਂਦਾ ਹੈ। ਉਹ ਆਪਣੇ ਆਪ ਦੇ ਉੱਤੇ ਭਰੋਸਾ ਰੱਖਣਾ ਸ਼ੁਰੂ ਕਰ ਦਿੰਦਾ ਹੈ, ਆਪਣੀ ਕਲੀਸਿਆ ਦੇ ਉੱਤੇ ਭਰੋਸਾ ਰੱਖਣਾ ਸ਼ੁਰੂ ਕਰ ਦਿੰਦਾ ਹੈ, ਦਾਸਾਂ ਦੇ ਉੱਤੇ ਭਰੋਸਾ ਰੱਖਣਾ ਸ਼ੁਰੂ ਕਰ ਦਿੰਦਾ ਹੈ। ਤੇ ਜਦੋਂ ਦੁੱਖ ਹੁੰਦੇ ਹਨ ਜਾਂ ਦੁੱਖ ਵੇਲੇ ਉਹ ਕੀ ਕਰਦਾ ਹੈ, ਉਹ ਆਪਣੇ ਆਪ ਨੂੰ ਇੰਨਾ ਕਿ ਨਿਰਾਸ਼ਾ ਵਿੱਚ ਲੈ ਜਾਂਦਾ ਹੈ ਕਿ ਪ੍ਰਭੂ ਯੀਸ਼ੂ ਦਾ ਉਹਨਾਂ ਨੂੰ ਚੇਤਾ ਵੀ ਨਹੀਂ ਰਹਿੰਦਾ। ਉਹ ਫਿਰ ਸੰਸਾਰ ਦੀ ਵੱਲ ਹੋ ਜਾਂਦੇ ਹਨ, ਜਾਂ ਕਿ ਸੰਸਾਰ ਦੀ ਵੱਲੋਂ ਜਦੋਂ ਉਹਨਾਂ ਨੂੰ ਪ੍ਰੈਸ਼ਰ ਸਹੀ ਨਹੀਂ ਸਹਿ ਨਹੀਂ ਸਕਦੇ, ਤਾਂ ਉਹ ਖੁਦਕੁਸ਼ੀ ਜਾਂ ਆਪਣੇ ਆਪ ਨੂੰ ਨਿਰਾਸ਼ਾ ਵਿੱਚ ਲੈ ਜਾਂਦੇ ਹਨ। ਹਾਲੇਲੂਇਆ। ਇਹਦੇ ਵਿੱਚ ਫਰਕ ਕੀ ਹੁੰਦਾ ਹੈ? ਜਦੋਂ ਅਸੀਂ ਸੰਸਾਰ ਦੀਆਂ ਵਸਤੂਆਂ ਵੱਲ ਸੁੱਖ ਦੇ ਵੇਲੇ ਆਪਣਾ ਮਨ ਲਾਈ ਰੱਖਦੇ ਹਾਂ, ਤਾਂ ਤੁਸੀਂ ਦੇਖੋ ਲਾਜ਼ਰ ਹੈ, 4 ਦਿਨ ਉਹ ਮੌਤ ਦੇ ਕਬਰ ਦੇ ਵਿੱਚ ਰਿਹਾ। 4 ਦਿਨਾਂ ਬਾਅਦ ਆ ਕੇ ਪ੍ਰਭੂ ਯੀਸ਼ੂ ਨੇ ਪੁਕਾਰਿਆ, ਲਾਜ਼ਰ ਬਾਹਰ ਨਿਕਲਾ। ਬਾਈਬਲ ਦੇ ਵਿੱਚ ਲਿਖਿਆ ਲਾਜ਼ਰ ਜਿੰਦਾ ਹੋ ਗਿਆ। ਇਹ ਸੰਸਾਰ ਦੀ ਆਸ਼ੀਸ਼, ਸੰਸਾਰ ਦਾ ਚਮਕ ਦੇਖ ਕੇ ਕੀ ਉਹ ਸਾਰੀ ਪਰਮਾਨੈਂਟ ਦੇ ਲਈ ਉਹਦੇ ਨਾਲ ਰਿਹਾ? ਨਹੀਂ, ਉਹ ਵਾਪਸ ਫਿਰ ਮਰ ਗਿਆ, ਫਿਰ ਵੀ ਮਰ ਗਿਆ। ਉਹ ਇੱਕ ਲਾਜ਼ਰ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਦੇਖੇ, ਇੰਨਾ ਤੱਕ ਉਹ ਮੁਤਾਜ ਹੋ ਚੁੱਕਾ ਸੀਗਾ ਕਿ ਉਹ ਉੱਠ ਕੇ ਆਪਣਾ ਰੋਟੀ ਪਾਣੀ ਵੀ ਖਾ ਪੀ ਨਹੀਂ ਸੀ ਸਕਦਾ। ਇੱਥੋਂ ਤੱਕ ਲਿਖਿਆ ਹੋਇਆ ਕਿ ਕੁੱਤੇ ਵੀ ਉਹਦੇ ਜ਼ਖਮਾਂ ਨੂੰ ਆਣ ਕੇ ਚੱਟਦੇ ਸੀ। ਉਹ ਇੰਨੀ ਹਿੰਮਤ ਵੀ ਨਹੀਂ ਸੀ ਕਿ ਉਹਨਾਂ ਨੂੰ ਹਟਾ ਸਕੇ। ਇਸ ਤਰ੍ਹਾਂ ਦੇ ਹਾਲਾਤ ਦਾ ਇੱਕ ਬੰਦਾ ਸੀਗਾ, ਇੰਨਾ ਦੁੱਖ ਦੇ ਵਿੱਚ ਹੀ, ਪਰੇਸ਼ਾਨੀ ਦੇ ਵਿੱਚ ਹੀ। ਪਰ ਬਾਈਬਲ ਦੇ ਵਿੱਚ ਕਿਤੇ ਵੀ ਐਸਾ ਨਹੀਂ ਲਿਖਿਆ ਕਿ ਐਸੀ ਹਾਲਤ ਦੇ ਵਿੱਚ ਵੀ ਲਾਜ਼ਰ ਨੇ ਪਰਮੇਸ਼ਵਰ ਨੂੰ ਕੋਸਿਆ ਹੋਵੇ ਜਾਂ ਪਰਮੇਸ਼ਵਰ ਦੇ ਖਿਲਾਫ ਕੋਈ ਵਚਨ ਕੱਢਿਆ ਹੋਵੇ। ਹਾਲੇਲੂਇਆ। ਇਸ ਪ੍ਰੋਬਲਮ ਦੇ ਵਿੱਚ ਵੀ, ਇਸ ਸਮੱਸਿਆ ਦੇ ਵਿੱਚ ਵੀ, ਇਸ ਵੱਡੀ ਚੁਣੌਤੀ ਦੇ ਵਿੱਚ ਵੀ ਉਹਨੇ ਪ੍ਰਭੂ ਯੀਸ਼ੂ ਦੀ ਵੱਲ ਆਪਣਾ ਧਿਆਨ ਰੱਖਿਆ। ਔਰ ਬਾਈਬਲ ਦੇ ਵਿੱਚ ਲਿਖਿਆ, ਜਦੋਂ ਉਹਦਾ ਅੰਤ ਹੋਇਆ, ਉਸ ਨੂੰ ਸਵਰਗਦੂਤ ਉਠਾ ਕੇ ਅਬਰਾਹਮ ਦੀ ਗੋਦ, ਮਤਲਬ ਆਰਾਮ ਦੀ ਜਗ੍ਹਾ ਦੇ ਵਿੱਚ ਬਿਠਾ ਦਿੱਤਾ। ਹਾਲੇਲੂਇਆ। ਤੁਸੀਂ ਨਿਰਣੇ ਲਓ,
ਤੁਹਾਡਾ ਡਿਸੀਜਨ ਹੋਣਾ ਚਾਹੀਦਾ ਹੈ ਕਿ ਸੰਸਾਰ ਦੀਆਂ ਵਸਤੂਆਂ, ਸੰਸਾਰ ਦੀਆਂ ਆਸ਼ੀਸ਼ਾਂ, ਸੰਸਾਰ ਦੀਆਂ ਚੰਗਿਆਈਆਂ ਜਿਹੜੀਆਂ ਪਰਮਾਨੈਂਟ ਨਹੀਂ ਆ, ਜਿਹੜੀਆਂ ਕੁਝ ਦਿਨਾਂ ਦੇ ਲਈ, ਕੁਝ ਪਲਾਂ ਦੇ ਲਈ, ਕੁਝ ਸਮੇਂ ਦੀਆਂ ਹਨ, ਉਹ ਚਾਹੀਦੀਆਂ ਹਨ ਕਿ ਪ੍ਰਭੂ ਯੀਸ਼ੂ ਜੋ ਹਮੇਸ਼ਾ ਸਥਿਰ ਰਹਿਣ ਵਾਲਾ ਔਰ ਹਮੇਸ਼ਾ ਤੁਹਾਨੂੰ ਆਪਣੇ ਨਾਲ ਬਿਠਾਉਣ ਵਾਲਾ ਹੈ, ਉਸ ਦੇ ਨਾਲ ਰਹਿਣਾ ਹੈ। ਹਾਲੇਲੂਇਆ। ਜਦੋਂ ਆਦਮੀ ਰੱਜਿਆ ਪੁੱਜਿਆ ਹੁੰਦਾ ਹੈ, ਉਹ ਪ੍ਰਭੂ ਨੂੰ ਛੱਡ ਜਾਂਦਾ ਹੈ। ਉਹਦਾ ਸੁਭਾਵ ਹੈ, ਇਹ ਮਨੁੱਖ ਦਾ ਸੁਭਾਵ ਹੈ। ਜਦੋਂ ਸਭ ਕੁਝ ਕੋਲ ਹੈ, ਉਦੋਂ ਪ੍ਰਭੂ ਯੀਸ਼ੂ ਨਹੀਂ ਚਾਹੀਦਾ, ਉਦੋਂ ਪ੍ਰਭੂ ਯੀਸ਼ੂ ਨਹੀਂ ਚਾਹੀਦਾ। ਤੇ ਜਦੋਂ ਇਨਸਾਨ ਤੂਫਾਨਾਂ ਦੇ ਵਿੱਚ ਘਿਰਿਆ ਹੁੰਦਾ ਹੈ, ਤਾਂ ਉਦੋਂ ਨਿਰਾਸ਼ਾ, ਖੁਦਖੁਸ਼ੀ ਜਾਂ ਕਹਿ ਲਓ ਕਿ ਸੰਸਾਰ ਦੀਆਂ ਦੌੜਾਂ ਦੇ ਵਿੱਚ ਲੱਗ ਜਾਂਦਾ ਹੈ। ਹਾਲੇਲੂਇਆ। ਸਾਨੂੰ ਆਪਣੇ ਮਨ ਨੂੰ ਤਿਆਰ ਕਰਨਾ ਚਾਹੀਦਾ ਹੈ ਕਿ ਪ੍ਰਭੂ ਯੀਸ਼ੂ ਉਹ ਜੋ ਮੇਰੇ ਨਾਲ ਹੈ, ਜੋ ਮੈਨੂੰ ਦੁੱਖਾਂ ਦੇ ਵਿੱਚ, ਪਰੇਸ਼ਾਨੀ ਦੇ ਵਿੱਚ, ਤੂਫਾਨਾਂ ਦੇ ਵਿੱਚ ਮੇਰੇ ਨਾਲ ਖੜਾ ਹੈ। ਹਾਲੇਲੂਇਆ। ਜਦੋਂ ਆਪਾਂ ਯਸ਼ਾਇਆ ਦੀ ਕਿਤਾਬ 43 ਅਧਿਆਇ ਉਹਦਾ 2 ਵਚਨ ਪੜ੍ਹਦੇ ਹਾਂ, ਯਸ਼ਾਇਆ ਦੀ ਕਿਤਾਬ 43 ਅਧਿਆਇ ਦਾ 2 ਵਚਨ, ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਗਾ ਮੈਂ ਤੇਰੇ ਅੰਗ ਸੰਗ ਹੋਵਾਂਗਾ, ਅਤੇ ਜਦ ਤੂੰ ਨਦੀਆਂ ਦੇ ਵਿੱਚੋਂ ਦੀ ਉਹ ਤੈਨੂੰ ਨਾ ਡੁਬੋਵਣਗੀਆਂ, ਜਦ ਤੂੰ ਅੱਗ ਦੇ ਵਿੱਚ ਚੱਲੇਗਾ ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ। ਹਾਲੇਲੂਇਆ। ਪ੍ਰਭੂ ਦਾ ਵਚਨ ਕਹਿੰਦਾ ਜਦ ਤੂੰ ਪਾਣੀਆਂ ਦੇ ਵਿੱਚੋਂ ਦੀ, ਪਾਣੀਆਂ ਦਾ ਮਤਲਬ ਤੂਫਾਨਾਂ ਦੇ ਵਿੱਚੋਂ ਦੀ। ਯਾਦ ਰੱਖੋ, ਚਾਹੇ ਤੁਸੀਂ ਵਿਸ਼ਵਾਸ ਕਰਦੇ ਹੋ, ਚਾਹੇ ਵਿਸ਼ਵਾਸ ਨਹੀਂ ਕਰਦੇ ਹੋ, ਚਾਹੇ ਪ੍ਰਭੂ ਯੀਸ਼ੂ ਨੂੰ ਤੁਸੀਂ ਆਪਣਾ ਉਧਾਰਕਰਤਾ ਮੰਨਿਆ, ਚਾਹੇ ਨਹੀਂ ਮੰਨਿਆ, ਹਰ ਇੱਕ ਪ੍ਰਾਣੀ, ਹਰ ਇੱਕ ਜੀਵਨ ਦੇ ਵਿੱਚ ਤੂਫਾਨ ਆਉਂਦੇ ਹੀ ਆਉਂਦੇ ਹਨ। ਹਾਲੇਲੂਇਆ। ਤੂਫਾਨ ਇੱਕ ਜ਼ਿੰਦਗੀ ਦਾ ਹਿੱਸਾ ਹਨ। ਇਹ ਜੀਵਨ ਜਦੋਂ ਤੱਕ ਸਾਡਾ ਚੱਲਦਾ ਹੈ, ਉਦੋਂ ਤੱਕ ਸਾਡੇ ਜੀਵਨ ਦੇ ਵਿੱਚ ਤੂਫਾਨ ਆਉਣਾ ਇੱਕ ਮਾਮੂਲੀ ਜਿਹੀ ਗੱਲ ਹੈ। ਲੇਕਿਨ ਬਾਈਬਲ ਦੇ ਵਿੱਚ ਲਿਖਿਆ ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਗਾ, ਮਤਲਬ ਜਦੋਂ ਵੀ ਤੂੰ ਤੂਫਾਨਾਂ ਦੇ ਵਿੱਚ ਦੀ ਲੰਘੇਗਾ ਤਾਂ ਕੌਣ ਤੁਹਾਡੇ ਨਾਲ ਰਹੇਗਾ? ਪਰਮੇਸ਼ਵਰ ਦਾ ਵਚਨ ਕਹਿੰਦਾ ਮੈਂ ਤੇਰੇ ਅੰਗ ਸੰਗ ਹੋਵਾਂਗਾ। ਹਾਲੇਲੂਇਆ। ਪ੍ਰਭੂ ਯੀਸ਼ੂ ਕਦੇ ਵੀ ਤੁਹਾਨੂੰ ਤੂਫਾਨਾਂ ਦੇ ਵਿੱਚ ਇਕੱਲੇ ਨਹੀਂ ਛੱਡਣਗੇ, ਤੁਹਾਨੂੰ ਕਦੇ ਵੀ ਉਹ ਡੁੱਬਣ ਦੇ ਲਈ ਨਹੀਂ ਛੱਡਣਗੇ, ਕਿਉਂਕਿ ਪਰਮੇਸ਼ਵਰ ਦਾ ਵਚਨ ਇਹ ਕਹਿ ਰਿਹਾ ਹੈ ਕਿ ਤੂਫਾਨਾਂ ਦੇ ਵਿੱਚ, ਪਾਣੀਆਂ ਦੇ ਵਿੱਚ ਮੈਂ ਤੇਰੇ ਅੰਗ ਸੰਗ ਹੋਵਾਂਗਾ। ਹਾਲੇਲੂਇਆ। ਇਸੇ ਕਰਕੇ ਹੀ ਆਪਾਂ ਉੱਪਰਲੀਆਂ ਗੱਲਾਂ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਅਸੀਂ ਪ੍ਰਭੂ ਯੀਸ਼ੂ ਦੇ ਅੰਗ ਸੰਗ ਰਵਾਂਗੇ, ਪ੍ਰਭੂ ਯੀਸ਼ੂ ਦੇ ਆਪਣਾ ਮਨ ਉਹਨਾਂ ਦੇ ਉੱਤੇ ਲਾਵਾਂਗੇ, ਪ੍ਰਭੂ ਯੀਸ਼ੂ ਵੀ ਤੁਹਾਡੇ ਉੱਤੇ ਆਪਣਾ ਮਨ ਲਾਵੇਗਾ। ਜਦੋਂ ਤੁਸੀਂ ਪ੍ਰਭੂ ਯੀਸ਼ੂ ਨੂੰ ਪਹਿਲ ਦਿਓਗੇ, ਪ੍ਰਭੂ ਯੀਸ਼ੂ ਵੀ ਤੁਹਾਨੂੰ ਪਹਿਲ ਦੇਣਗੇ। ਜਦੋਂ ਤੁਸੀਂ ਪ੍ਰਭੂ ਯੀਸ਼ੂ ਦੇ ਉੱਤੇ ਆਪਣਾ ਭਰੋਸਾ ਰੱਖੋਗੇ, ਪ੍ਰਭੂ ਯੀਸ਼ੂ ਤੁਹਾਨੂੰ ਕਦੀ ਵੀ ਤੂਫਾਨਾਂ ਵਿੱਚ ਇਕੱਲੇ ਨਹੀਂ ਛੱਡਣਗੇ। ਹਾਲੇਲੂਇਆ। ਫਿਰ ਲਿਖਿਆ ਜਦ ਤੂੰ ਨਦੀਆਂ ਦੇ ਵਿੱਚੋਂ ਦੀ ਗੁਜ਼ਰੇਗਾ ਉਹ ਤੈਨੂੰ ਨਾ ਡੁਬੋਵਣਗੀਆਂ, ਜਦੋਂ ਤੂੰ ਅੱਗ ਦੇ ਵਿੱਚੋਂ ਦੀ ਚੱਲੇਗਾ ਉਹ ਤੈਨੂੰ ਨਾ ਸਾੜੇਗੀ, ਔਰ ਲਾਟ ਤੇਰੇ ਉੱਤੇ ਨਾ ਬਲੇਗੀ। ਹਾਲੇਲੂਇਆ। ਹਾਲੇਲੂਇਆ। ਜਦੋਂ ਚੁਣੌਤੀਆਂ ਸਾਡੇ ਉੱਤੇ ਆਉਂਦੀਆਂ ਹਨ, ਸਾਡੇ ਉੱਤੇ ਤੂਫਾਨ ਆਉਂਦੇ ਹਨ, ਸਾਡੇ ਖਿਲਾਫ ਇਹ ਸੰਸਾਰ ਹੋ ਜਾਂਦਾ ਹੈ, ਸਾਡੇ ਖਿਲਾਫ ਇਹ ਸਾਰੇ ਹਾਲਾਤ ਹੋ ਜਾਂਦੇ ਹਨ, ਉਸ ਹਾਲਾਤਾਂ ਦੇ ਵਿੱਚ ਸਾਡਾ ਮਨ ਉਹਨੂੰ ਕੇਂਦਰਿਤ, ਜਿਹੜਾ ਕਹਿੰਦੇ ਆ ਕਿ ਚੁਣੌਤੀਆਂ ਦੇ ਵਿੱਚ ਤੁਹਾਡਾ ਜਿਹੜਾ ਧਿਆਨ, ਤੁਹਾਡਾ ਕੇਂਦਰ ਦਾ ਬਿੰਦੂ ਕੀ ਹੈ, ਉਹਦੇ ਉੱਤੇ ਖਾਸ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਤੁਹਾਡੀਆਂ ਚੁਣੌਤੀਆਂ ਦੇ ਵਿੱਚ ਤੁਸੀਂ ਆਪਣਾ ਹਿੱਸਾ ਕਿਹਨੂੰ ਦਿੰਦੇ ਹੋ, ਤੁਸੀਂ ਆਪਣਾ ਮਨ ਕਿਹਨੂੰ ਦਿੰਦੇ ਹੋ, ਤੁਹਾਡੇ ਮੂੰਹ ਦੇ ਵਿੱਚੋਂ ਕੀ ਨਿਕਲਦਾ ਹੈ, ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਦੋਂ ਸਾਡਾ ਮਨ ਜਿਹੜਾ ਹੈ, ਜਦੋਂ ਉਹ ਅਸੀਂ ਆਪਣੇ ਤੂਫਾਨਾਂ ਦੇ ਉੱਤੇ, ਆਪਣੀਆਂ ਚੁਣੌਤੀਆਂ ਦੇ ਉੱਤੇ, ਆਪਣੀਆਂ ਚਿੰਤਾਵਾਂ ਤੇ ਲਾ ਦਿੰਦੇ ਹਾਂ, ਤਾਂ ਇਹਦਾ ਮਤਲਬ ਕੀ ਹੈ ਕਿ ਅਸੀਂ ਆਪਣੀਆਂ ਚੁਣੌਤੀਆਂ ਨੂੰ ਵੱਡਾ ਕਰ ਦਿੰਦੇ ਹਾਂ ਔਰ ਆਪਣੇ ਖੁਦਾਵੰਦ ਨੂੰ ਛੋਟਾ। ਪਰ ਕਰਨਾ ਕੀ ਚਾਹੀਦਾ ਹੈ? ਸਾਨੂੰ ਆਪਣਾ ਮਨ ਪਰਮੇਸ਼ਵਰ ਦੇ ਵਚਨ ਦੇ ਉੱਤੇ ਕੇਂਦਰਿਤ ਕਰਨਾ ਚਾਹੀਦਾ ਹੈ, ਉਹਦੇ ਉੱਤੇ ਲਗਾਉਣਾ ਚਾਹੀਦਾ ਹੈ। ਜਦੋਂ ਤੁਸੀਂ ਆਪਣਾ ਪੂਰਾ ਧਿਆਨ, ਆਪਣਾ ਪੂਰਾ ਫੋਕਸ ਜਦੋਂ ਤੁਸੀਂ ਉਹਦੇ ਪਵਿੱਤਰ ਵਚਨ ਦੇ ਉੱਤੇ ਲਗਾਓਗੇ, ਜਦੋਂ ਤੁਸੀਂ ਕਹੋਗੇ ਕਿ ਪਾਣੀਆਂ ਦੇ ਉੱਤੇ ਮੇਰਾ ਪਰਮੇਸ਼ਵਰ ਮੇਰੇ ਅੰਗ ਸੰਗ ਹੈ, ਮੈਨੂੰ ਕੋਈ ਡਰ ਨਹੀਂ ਹੈ, ਮੈਨੂੰ ਕੋਈ ਡੁਬਾ ਨਹੀਂ ਸਕੇਗਾ, ਅੱਗ ਮੈਨੂੰ ਸਾੜ ਨਹੀਂ ਸਕੇਗੀ, ਤਾਂ ਤੁਹਾਡੀਆਂ ਚੁਣੌਤੀਆਂ
ਪ੍ਰਭੂ ਯੇਸ਼ੂਆ ਦੇ ਅੱਗੇ ਛੋਟੀਆਂ ਪੈ ਜਾਂਦੀਆਂ ਹਨ। ਜਿਵੇਂ ਮੈਂ ਤੁਹਾਨੂੰ ਦੱਸਿਆ, ਤੁਸੀਂ ਵਿਸ਼ਵਾਸੀ ਹੋ ਚਾਹੇ ਨਹੀਂ ਹੋ, ਤੂਫਾਨ ਤੁਹਾਡੇ ਜੀਵਨ ਵਿੱਚ ਆਉਣਗੇ ਹੀ ਆਉਣਗੇ। ਪਰ ਜਦੋਂ ਤੂਫਾਨ ਇੱਕ ਵਿਸ਼ਵਾਸੀ ਦੇ ਜੀਵਨ 'ਚ ਆਉਂਦੇ ਹਨ, ਉਹ ਕਹਿੰਦਾ ਹੈ, ਉਹ ਤੂਫਾਨਾਂ ਦੇ ਵਿੱਚ ਮੇਰਾ ਪਰਮੇਸ਼ਵਰ ਮੇਰੇ ਅੰਗ ਸੰਗ ਹੈ। ਹਾਲੇਲੂਇਆ। ਤੂਫਾਨਾਂ ਦੇ ਵਿੱਚ, ਪਾਣੀਆਂ ਦੇ ਵਿੱਚ, ਅੱਗ ਦੀਆਂ ਲਾਟਾਂ ਦੇ ਵਿੱਚ ਮੇਰਾ ਖੁਦਾਵੰਦ ਮੇਰੇ ਨਾਲ ਹੈ। ਤਾਂ ਉਹ ਤੂਫਾਨ ਤੁਹਾਡੇ ਵਿਸ਼ਵਾਸ ਕਰਕੇ ਉਹ ਤੁਹਾਡੇ ਅੱਗੇ ਛੋਟੇ ਪੈ ਜਾਂਦੇ ਹਨ। ਤੁਹਾਡੀਆਂ ਚੁਣੌਤੀਆਂ ਤੁਹਾਡੇ ਮੂੰਹ ਦੇ ਸ਼ਬਦਾਂ ਦੇ ਕਰਕੇ, ਪ੍ਰਭੂ ਦੇ ਪਵਿੱਤਰ ਜਿੰਦਾ ਵਚਨ ਦਾ ਕਰਕੇ, ਉਹ ਚੁਣੌਤੀਆਂ ਤੁਹਾਡੇ ਅੱਗੇ ਛੋਟੀਆਂ ਪੈ ਜਾਂਦੀਆਂ ਹਨ ਔਰ ਤੁਹਾਡੇ ਵਿਸ਼ਵਾਸ ਦਾ ਆਕਾਰ ਵੱਡਾ ਹੋ ਜਾਂਦਾ ਹੈ। ਹਾਲੇਲੂਇਆ। ਇੱਕ ਜ਼ਰੂਬਾਬਲ ਕਰਕੇ ਪਰਮੇਸ਼ਵਰ ਦਾ ਦਾਸ ਹੈ, ਉਹ ਪਹਾੜਾਂ ਨੂੰ ਦੇਖ ਕੇ ਹੱਸਿਆ ਤੇ ਕਿਹਾ, ਹੇ ਪਹਾੜ ਤੂੰ ਮੇਰੇ ਅੱਗੇ ਕੀ ਹੈ? तू मेरे अगे की है? तू मैदान हो जाएगा, तू मैदान हो जाएगा, क्योंकि परमेश्वर दा आत्मा मेरे नाल है। बल दे नाल नहीं, शक्ति दे नाल नहीं, पर खुदावंद दी आत्मा दे नाल जो मेरे अंग संग है, तू मैदान हो जाएगा। हालेलुया। तुहाडियां चुनौतियां दे विच अपने मन नूं प्रभु दे पवित्र वचनां ते लगाओ। अपने संघर्ष दे दिनां दे विच ਆਪਣੇ ਖੁਦਾਵੰਦ ਨੂੰ ਪੁਕਾਰੋ। ਜਦੋਂ ਤੁਹਾਡਾ ਧਿਆਨ ਪ੍ਰਭੂ ਯੇਸ਼ੂਆ ਦੇ ਉੱਤੇ ਹੋਵੇਗਾ, ਜਦੋਂ ਤੁਹਾਡਾ ਫੋਕਸ ਪ੍ਰਭੂ ਯੇਸ਼ੂਆ ਦੇ ਪਵਿੱਤਰ ਵਚਨ ਤੇ ਹੋਵੇਗਾ, ਤਾਂ ਕੋਈ ਵੀ ਸਮੁੰਦਰ, ਕੋਈ ਵੀ ਪਾਣੀ, ਕੋਈ ਵੀ ਅੱਗ ਤੁਹਾਨੂੰ ਸਾੜ ਨਾ ਸਕੇਗੀ, ਤੁਹਾਨੂੰ ਡੁਬੋ ਨਾ ਸਕੇਗੀ। ਹੁਣ ਤੁਹਾਡੇ ਵਿੱਚ ਮੈਂ ਇੱਕ ਕਹਾਣੀ ਨੂੰ ਪੜਾਂਗਾ। ਮੱਤੀ ਦੀ ਕਿਤਾਬ 14 ਅਧਿਆਏ ਦਾ 22 ਵਚਨ। ਆਪਾਂ ਉਸ ਦੇ ਦੁਆਰਾ ਦੇਖਾਂਗੇ ਕਿ ਖੁਦਾਵੰਦ ਯੇਸ਼ੂਆ ਮਸੀਹਾ ਜੀ ਕਿਵੇਂ ਉਹ ਇੱਕ ਇਨਸਾਨ ਦੇ ਇੱਕ ਜੀਵਨ ਦੇ ਵਿੱਚ ਕੰਮ ਕਰਦੇ ਹਨ ਔਰ ਉਹ ਜੀਵਨ ਉਹ ਕਿਵੇਂ ਪ੍ਰਭੂ ਯੇਸ਼ੂਆ ਦੇ ਦੁਆਰਾ ਸਮੁੰਦਰਾਂ ਦੇ ਵਿੱਚੋਂ ਦੀ, ਤੂਫਾਨਾਂ ਦੇ ਵਿੱਚੋਂ ਦੀ ਲੰਘ ਜਾਂਦਾ ਹੈ। ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ, ਉਸ ਨੇ ਉਸ ਵੇਲੇ ਚੇਲਿਆਂ ਨੂੰ ਤਕੀਦ ਕੀਤੀ ਪਈ, ਜਦ ਤੀਕਰ ਮੈਂ ਭੀੜ ਨੂੰ ਵਿਦਿਆ ਨਾ ਕਰਾਂ, ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਪਾਰ ਲੰਘ ਜਾਓ। ਹਾਲੇਲੂਇਆ। ਇੱਕ ਗੱਲ ਦਾ ਧਿਆਨ ਰੱਖੋ, ਪ੍ਰਭੂ ਯੇਸ਼ੂਆ ਅਗਰ ਤੁਹਾਡੇ ਜੀਵਨ ਦੇ ਵਿੱਚ ਇੱਕ ਯੋਜਨਾ ਬਣਾਉਂਦੇ ਹਨ ਕਿ ਇਹਨਾਂ ਨੂੰ ਮੈਂ ਪਾਰ ਲੈ ਕੇ ਜਾਵਾਂ, ਤੂਫਾਨ ਫਿਰ ਵੀ ਆਉਂਦੇ ਹਨ, ਲੇਕਿਨ ਫਰਕ ਕੀ ਹੈ ਕਿ ਪ੍ਰਭੂ ਯੇਸ਼ੂਆ ਦੇ ਨਾਲ ਜਿਹੜੇ ਕਹਿ ਲਓ ਕਿ ਉਹ ਤੂਫਾਨ ਦੇ ਵਿੱਚੋਂ ਦੀ ਸਾਨੂੰ ਲੰਘਣਾ ਹੀ ਪੈਣਾ ਹੈ, ਉਹਦਾ ਕੋਈ ਦੂਸਰਾ ਤੋੜ ਨਹੀਂ ਹੁੰਦਾ ਹੈ। ਲੇਕਿਨ ਬਾਈਬਲ ਇੱਥੇ ਕੀ ਦੱਸਦੀ ਹੈ ਕਿ ਜਿਹੜੇ ਚੁਣੇ ਹੋਏ ਹੁੰਦੇ ਹਨ, ਜਿਹੜੇ ਪ੍ਰਭੂ ਯੇਸ਼ੂਆ ਦੇ ਚੁਣੇ ਹੋਏ ਹੁੰਦੇ ਹਨ, ਪ੍ਰਭੂ ਯੇਸ਼ੂਆ ਉਹਨਾਂ ਦੇ ਲਈ ਖਾਸ ਇੰਤਜ਼ਾਮ ਕਰਦੇ ਹਨ, ਉਹਨਾਂ ਨੂੰ ਖਾਸ ਆਸ਼ੀਸ਼ ਦੇ ਨਾਲ, ਖਾਸ ਕਿਰਪਾ ਦੇ ਨਾਲ ਬਚਾਉਂਦੇ ਹਨ। ਜਿਵੇਂ ਬਾਈਬਲ ਦੇ ਵਿੱਚ ਲਿਖਿਆ ਹੋਇਆ, ਸੱਦੇ ਹੋਏ ਤਾਂ ਬਹੁਤ ਹਨ, ਚੁਣੇ ਹੋਏ ਬਹੁਤ ਘੱਟ ਹਨ। ਜਿਵੇਂ ਇੱਥੇ ਦੇਖੋ ਕਿ ਬਾਈਬਲ ਦੇ ਵਿੱਚ ਲਿਖਿਆ, ਪ੍ਰਭੂ ਯੇਸ਼ੂਆ ਨੇ ਕਿਹਾ, ਭੀੜ ਨੂੰ ਮੈਂ ਵਿਦਿਆ ਕਰ ਦਿੰਦਾ ਹਾਂ। ਜਿਹੜੇ ਲੋਕ ਪ੍ਰਭੂ ਯੇਸ਼ੂਆ ਕੋਲ ਚੰਗਿਆਈ ਲੈਣ ਦੇ ਲਈ ਆਉਂਦੇ ਹਨ, ਓਕੇ ਚੰਗਿਆਈ ਲੈ ਕੇ ਜਾਓ। ਪ੍ਰਭੂ ਯੇਸ਼ੂਆ ਕੋਲੋਂ ਜਿਹੜੇ ਛੁਟਕਾਰਾ ਲੈਣ ਆਉਂਦੇ ਹਨ, ਓਕੇ ਛੁਟਕਾਰਾ ਹੀ ਚਾਹੀਦਾ, ਲੈ ਕੇ ਜਾਓ। ਉਹ ਸੰਸਾਰ ਦੀਆਂ ਆਸ਼ੀਸ਼ਾਂ ਜੋ ਪ੍ਰਭੂ ਯੇਸ਼ੂਆ ਤੋਂ ਚਾਹੁੰਦੇ ਹਨ, ਹਾਂ ਆ ਜਾਓ, ਲੈ ਕੇ ਜਾਓ। ਲੇਕਿਨ ਬਾਈਬਲ 'ਚ ਲਿਖਿਆ, ਪ੍ਰਭੂ ਯੇਸ਼ੂ ਕਹਿੰਦਾ, ਮੈਂ ਭੀੜ ਨੂੰ ਮੈਂ ਵਿਦਿਆ ਕਰ ਦੇਵਾਂ, ਇਹਨਾਂ ਨੂੰ ਭੇਜ ਦੇਵਾਂ ਪਹਿਲਾਂ, ਪਰ ਮੇਰੇ ਚੁਣੇ ਹੋਏ, ਮੇਰੇ ਸੱਦੇ ਹੋਏ, ਮੇਰੇ ਚੇਲੇ, ਉਹ ਮੇਰੇ ਕਹੇ ਦੇ ਉੱਤੇ ਚੱਲਣ ਔਰ ਇਸ ਤੋਂ ਪਾਰ ਨਿਕਲ ਜਾਣ। ਇਹ ਸਮੁੰਦਰ ਜੋ ਵੀ, ਇਸ ਤੂਫਾਨ ਜੋ ਵੀ ਇਸ ਤੋਂ ਪਾਰ ਜਾਣਾ ਹੈ, ਉਹ ਜਾਣ। ਔਰ ਬਾਈਬਲ ਦੇ ਵਿੱਚ ਲਿਖਿਆ, ਭੀੜ ਨੂੰ ਉਹਨਾਂ ਨੇ ਵਿਦਿਆ ਕੀਤਾ ਔਰ ਉਹਦੇ ਚੇਲਿਆਂ ਨੂੰ ਉਹਨੇ ਹੁਕਮ ਕੀਤਾ, ਇੱਕ ਨਵਾਂ ਰਾਹ ਉਹਨਾਂ ਨੂੰ ਦਿਖਾਇਆ, ਅੱਗੇ ਵਧਣ ਦਾ ਰਾਹ। ਹਾਲੇਲੂਇਆ। ਹੁਣ ਭੀੜ ਸੰਸਾਰ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਸੰਸਾਰ ਦੀਆਂ ਆਸ਼ੀਸ਼ਾਂ ਲੈਣ ਆਉਂਦੀ ਹੈ, ਭੀੜ ਸੰਸਾਰ ਦੇ ਕੰਮ ਦੇਖਣ ਆਉਂਦੀ ਹੈ, ਭੀੜ ਚਮਤਕਾਰ ਦੇਖਣ ਆਉਂਦੀ ਹੈ, ਭੀੜ ਲੰਗਰ ਦੇਖਣ ਆਉਂਦੀ ਹੈ, ਭੀੜ ਸਿਰਫ ਆਲੇ ਦੁਆਲੇ ਮੇਲਾ ਦੇਖਣ ਆਉਂਦੀ ਹੈ। ਪ੍ਰਭੂ ਯੇਸ਼ੂਆ ਕਹਿੰਦੇ, ਜੋ ਵੀ ਇਹਨਾਂ ਕੰਮਾਂ ਦੇ ਲਈ ਆਏ ਹਨ, ਉਹਨਾਂ ਨੂੰ ਆਉਣ ਦਿਓ
मैं उन्होंने पहले विद्या कर देवां, क्योंकि उन्होंने लैके जान दो। लेकिन मेरे चेले एक नवे सफ़र ते जान, मेरे चेले मेरे कहे दे उत्ते तुरन। प्रभु यीशुआ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਯੋਜਨਾ ਲੈ ਕੇ ਆਉਂਦੇ ਹਨ। ਪ੍ਰਭੂ ਯੀਸ਼ੁਆ ਤੁਹਾਡੇ ਜੀਵਨ ਦੇ ਵਿੱਚ ਇੱਕ ਮਕਸਦ ਲੈ ਕੇ ਆਉਂਦੇ ਹਨ। ਹਾਲੇਲੂਇਆ। ਫਿਰ ਕੀ ਲਿਖਿਆ 24 ਦੇ ਵਿੱਚ, ਪਰ ਬੇੜੀ ਉਸ ਵੇਲੇ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ, ਇਸ ਲਈ ਜੋ ਪੌਣ ਸਾਹਮਣੇ ਸੀ। ਹਾਲੇਲੂਇਆ। ਉਹ ਪ੍ਰਭੂ ਯੀਸ਼ੁਆ ਦੇ ਕਹੇ ਦੇ ਉੱਤੇ ਚੱਲ ਕੇ ਤਾਂ ਵੀ ਉਸ ਵਕਤ ਤੂਫਾਨ ਉਹਨਾਂ ਦੇ ਸਾਹਮਣੇ ਆ ਗਿਆ। ਹਾਲੇਲੂਇਆ। ਚਾਹੇ ਵਿਸ਼ਵਾਸੀ ਤੁਸੀਂ ਕਿੰਨੇ ਵੀ ਆਪਣੇ ਆਪ ਨੂੰ ਰੋਜ਼ਿਆਂ ਵਿੱਚ ਰੱਖਦੇ ਹੋ, ਵਚਨ ਪੜ੍ਹਦੇ ਹੋ, ਪ੍ਰਾਰਥਨਾ ਕਰਦੇ ਹੋ, ਫਿਰ ਵੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਤੂਫਾਨ ਇੱਕ ਆਮ ਜਿਹੀ ਗੱਲ ਹਨ। ਹਰ ਇੱਕ ਜੀਵਨ ਦੇ ਵਿੱਚ ਇਹ ਤੂਫਾਨ ਆਉਂਦੇ ਹੀ ਹਨ। ਹਾਲੇਲੂਇਆ। ਇਹਨਾਂ ਦਾ ਅਚੰਭਾ ਨਾ ਕਰਿਓ। ਇਹ ਨਾ ਸੋਚਿਓ ਕਿ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਪ੍ਰਾਰਥਨਾ ਕਰਨ ਦੇ ਬਾਵਜੂਦ ਵੀ ਇਹ ਸੰਘਰਸ਼ ਕਿਉਂ। ਇਹ 'ਚ ਅਚੰਭਾ ਕਰਨ ਵਾਲੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਹਾਲੇਲੂਇਆ। ਇਹ ਜ਼ਿੰਦਗੀ ਦਾ ਹਿੱਸਾ ਹਨ। ਤੂਫਾਨ, ਚੁਣੌਤੀਆਂ ਇਹ ਜ਼ਿੰਦਗੀ ਦਾ ਹਿੱਸਾ ਹਨ। ਹਾਲੇਲੂਇਆ। ਹੁਣ ਜਿਵੇਂ ਚੇਲਿਆਂ ਦੀ ਬੇੜੀ ਉਹ ਪਾਰ ਜਾਣ ਦੇ ਲਈ ਉਹਨਾਂ ਨੇ ਤਿਆਰ ਕੀਤੀ ਔਰ ਜਾਂਦੇ ਵੀ ਸੀ, ਸਫ਼ਰ ਵੀ ਕਰਦੇ ਸੀਗੇ, ਪਰ ਬੇੜੀ ਦੇ ਸਾਹਮਣਿਓਂ ਆ ਕੇ ਤੂਫਾਨ, ਹਨੇਰੀ ਉਹਨਾਂ ਨੂੰ ਹਿੱਟ ਕਰਨ ਦਈ ਹੈ, ਉਹਨਾਂ ਨੂੰ ਪਿੱਛੇ ਤੱਕ ਰਹੀ ਹੈ, ਉਹਨਾਂ ਨੂੰ ਨਾਸ਼ ਕਰ ਰਹੀ ਹੈ। ਹਾਲੇਲੂਇਆ। ਔਰ ਉਹ ਤੂਫਾਨ ਉਹਨਾਂ ਦੇ ਖਿਲਾਫ ਹੈ, ਹਨੇਰੀ ਉਹਨਾਂ ਦੇ ਖਿਲਾਫ ਹੈ। ਔਰ ਬਾਈਬਲ ਦੇ ਵਿੱਚ ਜਦੋਂ ਅਸੀਂ ਮਰਕਸ ਦੀ ਅੰਜੀਲ 6 ਅਧਿਆਇ ਦਾ 48 ਵਚਨ ਪੜ੍ਹਦੇ ਹਾਂ, ਮਰਕਸ ਦੀ ਅੰਜੀਲ 6 ਅਧਿਆਇ ਦਾ 48 ਵਚਨ, ਜਾਂ ਉਸ ਨੇ ਉਹਨਾਂ ਨੂੰ ਚੱਪੇ ਲਾਉਣ ਵਿੱਚ ਔਖਾ ਵੇਖਿਆ, ਕਿਉਂ ਪੌਣ ਸਾਹਮਣੇ ਸੀ, ਤਾਂ ਰਾਤ ਦੇ ਪਿਛਲੇ ਪੈਰ ਉਹ ਝੀਲ ਦੇ ਉੱਤੋਂ ਦੀ ਤੁਰਦਿਆਂ ਉਹਨਾਂ ਦੀ ਵੱਲ ਆਇਆ ਅਤੇ ਉਹਨਾਂ ਤੋਂ ਅੱਗੇ ਵਧਣ ਨੂੰ ਕਰਦਾ ਸੀ। ਹਾਲੇਲੂਇਆ। ਜਦੋਂ ਦੇਖੋ ਇੱਥੇ ਹੁਣ ਸਾਰੇ ਉਹ ਵਿੱਚ ਕਈ ਮਛੁਆਰੇ ਵੀ ਸਨ, ਉਹਨਾਂ ਨੂੰ ਇਹ ਤੂਫਾਨਾਂ ਦੇ ਬਾਰੇ ਜਾਣਕਾਰੀ ਪਹਿਲਾਂ ਵੀ ਸੀ। ਇਸ ਕਰਕੇ ਉਹਨਾਂ ਨੇ ਆਪਣੀ ਕੋਸ਼ਿਸ਼ ਕੀਤੀ, ਆਪਣੀ ਹਿੰਮਤ ਦੇ ਨਾਲ, ਆਪਣੇ ਕੰਮਾਂ ਦੇ ਨਾਲ, ਆਪਣੇ ਵਿਚਾਰਾਂ ਦੇ ਨਾਲ, ਆਪਣੀ ਤਾਕਤ ਦੇ ਨਾਲ ਉਹਨਾਂ ਨੇ ਕਿਹਾ ਅਸੀਂ ਪਾਰ ਨਿਕਲ ਜਾਵਾਂਗੇ। ਸਾਡੇ ਵਿੱਚੋਂ ਵੀ, ਤੁਹਾਡੇ ਵਿੱਚੋਂ ਵੀ ਕਈ ਵਿਸ਼ਵਾਸੀ ਸੋਚਦੇ ਹਨ ਸਾਡੀਆਂ ਪ੍ਰਾਰਥਨਾ ਦੇ ਦੁਆਰਾ, ਸਾਡੀਆਂ ਗੱਲਾਂ ਦੇ ਦੁਆਰਾ, ਸਾਡੇ ਜੀਵਨ ਦੇ ਦੁਆਰਾ, ਸਾਡੀ ਚਰਚ ਦੇ ਦੁਆਰਾ, ਸਾਡੇ ਭਾਈਆਂ ਦੇ ਵਿਸ਼ਵਾਸ ਦੇ ਦੁਆਰਾ, ਸਾਡੀਆਂ ਭੈਣਾਂ ਦੇ ਵਿਸ਼ਵਾਸ ਦੇ ਦੁਆਰਾ, ਉਹਨਾਂ ਦੀਆਂ ਪ੍ਰਾਰਥਨਾ ਦੇ ਦੁਆਰਾ ਅਸੀਂ ਇਹ ਤੂਫਾਨ ਕੰਟਰੋਲ ਕਰ ਲਵਾਂਗੇ, ਇਹ ਹਾਲਾਤ ਕੰਟਰੋਲ ਕਰ ਲਵਾਂਗੇ। ਬਹੁਤਿਆਂ ਦਾ ਵਿਸ਼ਵਾਸ ਇਹ ਹੁੰਦਾ ਹੈ ਪਾਸਟਰ ਦੇ ਦੁਆਰਾ ਹੀ ਇਹ ਕੰਟਰੋਲ ਹੋ ਜਾਵੇਗਾ। ਬਹੁਤਿਆਂ ਦਾ ਵਿਸ਼ਵਾਸ ਇਹੀ ਹੁੰਦਾ ਹੈ ਕਿ ਸਾਡੇ ਭਾਈਆਂ ਦੇ ਦੁਆਰਾ ਇਹ ਕੰਟਰੋਲ ਹੋ ਜਾਵੇਗਾ। ਆਪਣੀ ਤਾਕਤ ਦੇ ਦੁਆਰਾ ਕੋਸ਼ਿਸ਼ ਕਰਦੇ ਹਨ। ਇੱਥੇ ਬਾਈਬਲ 'ਚ ਲਿਖਿਆ ਮਰਕਸ ਦੀ ਕਿਤਾਬ ਦੇ ਵਿੱਚ, ਉਹ ਚੱਪੇ ਲਾਉਣ ਵਿੱਚ ਔਖੇ ਹੋ ਰਹੇ ਸਨ, ਉਹਨਾਂ ਨੇ ਕੋਸ਼ਿਸ਼ ਕੀਤੀ, ਅੱਗੇ ਨਹੀਂ ਵਧ ਰਹੇ ਸਨ, ਉਹਨਾਂ ਦੇ ਤੂਫਾਨ ਉਹਨਾਂ ਨੂੰ ਹਿੱਟ ਕਰਦਾ ਹੀ ਜਾ ਰਿਹਾ ਸੀ, ਉਹਨਾਂ ਦੇ ਖਿਲਾਫ ਹੁੰਦਾ ਹੀ ਜਾ ਰਿਹਾ ਸੀ। ਔਰ ਬਾਈਬਲ 'ਚ ਲਿਖਿਆ ਪ੍ਰਭੂ ਯੀਸ਼ੁਆ ਰਾਤ ਦੇ ਪਿਛਲੇ ਪੈਰ ਉਹ ਝੀਲ ਉੱਤੋਂ ਦੀ ਤੁਰਦਿਆ ਉਹਨਾਂ ਦੀ ਵੱਲ ਆਇਆ। ਇੱਕ ਗੱਲ ਅੱਗੇ ਹੋਰ ਵੀ ਲਿਖੀ ਹੈ, ਉਹਨਾਂ ਤੋਂ ਅੱਗੇ ਵਧਣ ਨੂੰ ਕਰਦਾ ਸੀ। ਹਾਲੇਲੂਇਆ। ਖੁਦਾਵੰਦ ਪ੍ਰਭੂ ਯੀਸ਼ੁਆ ਨੂੰ ਜਦੋਂ ਪਤਾ ਲੱਗਾ ਚੇਲਿਆਂ ਦੀ ਤਾਕਤ ਇੱਥੇ ਕੰਮ ਨਹੀਂ ਕਰ ਰਹੀ, ਉਹਨਾਂ ਦੀ ਜੋ ਵੀ ਸੁਭਾਵਤਾ ਕੰਮ ਨਹੀਂ ਕਰ ਰਿਹਾ, ਬਾਈਬਲ 'ਚ ਲਿਖਿਆ ਪ੍ਰਭੂ ਯੀਸ਼ੁਆ ਉਹਨਾਂ ਦੀ ਵੱਲ ਆ ਰਿਹਾ ਸੀ ਔਰ ਉਹਨਾਂ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਤੂਫਾਨਾਂ ਦੇ ਵਿੱਚ ਪ੍ਰਭੂ ਯੀਸ਼ੁਆ ਸਾਡੀ ਢਾਲ ਹੈ। ਹਾਲੇਲੂਇਆ। ਉਹ ਸਾਡੀ ਢਾਲ, ਕਿਉਂਕਿ ਤੂਫਾਨ ਉਹਨਾਂ ਦੇ ਸਾਹਮਣੇ ਸੀ ਔਰ ਪ੍ਰਭੂ ਯੀਸ਼ੁਆ ਉਹਨਾਂ ਦੇ ਸਾਹਮਣੇ ਖੜਾ ਹੋ ਕੇ, ਪ੍ਰਭੂ ਯੀਸ਼ੁਆ ਉਹਨਾਂ ਦੇ ਸਾਹਮਣੇ ਆਪਣੇ ਉੱਤੇ ਉਸ ਨੂੰ ਲੈਣਾ ਚਾਹੁੰਦਾ ਹੈ। ਤੁਹਾਡੀ ਜ਼ਿੰਦਗੀ ਦੇ ਤੂਫਾਨ ਚਾਹੇ ਤੁਹਾਡੇ ਖਿਲਾਫ ਹਨ, ਮੈਂ ਕਹਿਣਾ ਚਾਹੁੰਦਾ ਹਾਂ ਮੇਰੇ ਭੈਣੋ ਤੇ ਭਰਾਵੋ, ਪ੍ਰਭੂ ਯੀਸ਼ੁਆ ਦੀ ਵੱਲ ਤੱਕੋ, ਪ੍ਰਭੂ ਯੀਸ਼ੁਆ ਨੂੰ ਦੇਖੋ। ਉਹ ਤੁਹਾਡੇ ਸਾਹਮਣੇ, ਤੁਹਾਡੇ ਤੂਫਾਨਾਂ ਦੇ ਸਾਹਮਣੇ ਖੜਾ ਹੈ। ਆਪਣੇ ਆਪ ਨੂੰ ਉਹਦੇ ਪੰਖਾਂ ਦੇ ਥੱਲੇ ਛੁਪਾਓ,
ਉਹਦੇ ਪੰਖਾਂ ਦੇ ਥੱਲੇ ਛੁਪਾਓ, ਕਿਉਂਕਿ ਪ੍ਰਭੂ ਯੇਸ਼ੂਆ ਨਹੀਂ ਚਾਹੁੰਦਾ ਕਿ ਤੁਸੀਂ ਤੂਫਾਨ ਦੇ ਵਿੱਚ ਲੜੋ। ਉਹ ਨਹੀਂ ਚਾਹੁੰਦਾ ਕਿ ਤੂਫਾਨ ਤੁਹਾਡੇ ਉੱਤੇ ਪ੍ਰਭਾਵਿਤ ਹੋਣ, ਤੁਹਾਡੀਆਂ ਚੁਣੌਤੀਆਂ ਤੁਹਾਡੇ ਉੱਤੇ ਪ੍ਰਭਾਵਿਤ ਹੋਣ, ਤੁਹਾਡਾ ਜੀਵਨ ਚੁਣੌਤੀਆਂ ਦੇ ਨਾਲ ਖਤਮ ਹੋ ਜਾਵੇ। ਪ੍ਰਭੂ ਯੇਸ਼ੂਆ ਨੇ ਸਾਨੂੰ ਆਜ਼ਾਦ ਇਸ ਲਈ ਨਹੀਂ ਕੀਤਾ ਕਿ ਅਸੀਂ ਗੁਲਾਮੀ ਦਾ ਜੀਵਨ ਜੀਏ, ਉਸ ਨੇ ਸਾਨੂੰ ਇਸ ਲਈ ਚੁਣਿਆ ਤਾਂ ਕਿ ਅਸੀਂ ਆਜ਼ਾਦੀ ਦਾ ਜੀਵਨ ਜੀਏ। ਮੌਤ ਦਾ ਅਧਿਕਾਰ ਸਾਡੇ ਤੇ ਨਹੀਂ ਹੋ ਸਕਦਾ, ਗਰੀਬੀ ਦਾ ਅਧਿਕਾਰ ਸਾਡੇ ਤੇ ਨਹੀਂ ਹੋ ਸਕਦਾ, ਸ਼ਰਾਬਾਂ ਦਾ ਅਧਿਕਾਰ ਸਾਡੇ ਤੇ ਨਹੀਂ ਹੋ ਸਕਦਾ। ਚੁਣੌਤੀਆਂ ਜ਼ਿੰਦਗੀ ਦੇ ਵਿੱਚ ਹਨ, ਇਹ ਸਾਡੇ ਜੀਵਨ ਦਾ ਹਿੱਸਾ ਹੈ, ਪਰ ਇਹ ਚੁਣੌਤੀਆਂ ਦੇ ਵਿੱਚ ਪ੍ਰਭੂ ਯੇਸ਼ੂਆ ਆਪਣੇ ਚੁਣੇ ਹੋਇਆਂ ਦੇ ਨਾਲ, ਉਹਦੇ ਚੇਲਿਆਂ ਦੇ ਨਾਲ ਉਹ ਖੜਾ ਹੈ। ਹਾਲੇਲੂਇਆ। ਭੀੜ ਨੂੰ ਉਹ ਵਿਦਿਆ ਕਰਦਾ ਹੈ ਤੇ ਚੇਲਿਆਂ ਦੇ ਨਾਲ ਉਹ ਖੜਾ ਹੈ, ਚੇਲਿਆਂ ਦੇ ਤੂਫਾਨਾਂ ਦੇ ਵਿੱਚ ਉਹਨਾਂ ਦੇ ਸਾਹਮਣੇ ਖੜਾ ਹੈ। ਹਾਲੇਲੂਇਆ। ਪ੍ਰਭੂ ਯੇਸ਼ੂਆ ਤੁਹਾਡੇ ਤੂਫਾਨਾਂ ਦੇ ਵਿੱਚ, ਤੁਹਾਡੀਆਂ ਚੁਣੌਤੀਆਂ ਦੇ ਵਿੱਚ ਤੁਹਾਡੇ ਸਾਹਮਣੇ ਖੜਾ ਹੈ। ਉਹ ਆਪਣੇ ਚੇਲਿਆਂ ਨੂੰ ਕਦੀ ਵੀ ਇਕੱਲਾ ਨਹੀਂ ਛੱਡਦਾ। ਹਾਲੇਲੂਇਆ, ਹਾਲੇਲੂਇਆ। ਤੂਫਾਨਾਂ ਦੇ ਵਿੱਚ ਆਪਣੇ ਆਪ ਨੂੰ ਪ੍ਰਭੂ ਯੇਸ਼ੂਆ ਦੇ ਅਧੀਨ ਕਰਨਾ ਸਿੱਖੋ। ਚੁਣੌਤੀਆਂ ਦੇ ਵਿੱਚ ਆਪਣੇ ਆਪ ਨੂੰ ਪ੍ਰਭੂ ਯੇਸ਼ੂਆ ਦੇ ਅਧੀਨ ਕਰਨਾ ਸਿੱਖੋ, ਕਿਉਂਕਿ ਪ੍ਰਭੂ ਯੇਸ਼ੂਆ ਸਾਡੀ ਢਾਲ ਹੀ ਹੈ। ਹਾਲੇਲੂਇਆ। ਤੂਫਾਨਾਂ ਦੇ ਵਿੱਚ ਪ੍ਰਭੂ ਯੇਸ਼ੂਆ ਸਾਡੀ ਢਾਲ ਹੈ, ਔਰ ਇਸ ਢਾਲ ਜਿਹੜੀ ਜੋ ਹੈ ਉਹ ਕੱਲੀ ਢਾਲ ਹੀ ਨਹੀਂ ਹੈ, ਬਲਕਿ ਇਹ ਵੀ ਸ਼ਕਤੀ ਰੱਖਦਾ ਹੈ ਕਿ ਉਹ ਸਾਨੂੰ ਪਾਰ ਲੈ ਜਾਵੇ। ਉਹ ਸਾਡੀ ਸ਼ਕਤੀ ਇੰਨੀ ਰੱਖਦਾ ਹੈ, ਉਹ ਤੂਫਾਨਾਂ ਨੂੰ ਬੰਦ ਕਰ ਦਵੇ ਔਰ ਸਾਡੇ ਸਫ਼ਰ ਨੂੰ ਉਹ ਮੁਬਾਰਕ ਕਰੇ, ਔਰ ਜਿਸ ਜਗ੍ਹਾ ਤੇ ਸਾਨੂੰ ਜਾਣਾ ਚਾਹੀਦਾ ਹੈ ਉਹ ਸਾਨੂੰ ਲੈ ਕੇ ਵੀ ਜਾਵੇ। ਤੂਫਾਨਾਂ ਦੇ ਵਿੱਚ ਦੋ ਤਿੰਨ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ। ਜਦੋਂ ਤੂਫਾਨ ਤੁਹਾਡੇ ਖਿਲਾਫ ਆਉਂਦੇ ਹਨ, ਬਹੁਤੇ ਵਿਸ਼ਵਾਸੀਆਂ ਦਾ, ਬਹੁਤੇ ਚਰਚਾਂ ਦੇ ਵਿੱਚ ਕੀ ਹੁੰਦਾ ਹੈ, ਜਦੋਂ ਤੂਫਾਨ ਖਿਲਾਫ ਆਉਂਦੇ ਹਨ ਉਹਨਾਂ ਦਾ ਵਿਸ਼ਵਾਸ ਖਤਮ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ ਵਿਸ਼ਵਾਸ। ਉਹ ਛੱਡ ਦਿੰਦੇ ਹਨ ਪ੍ਰਭੂ ਯੇਸ਼ੂਆ ਦੇ ਅੱਗੇ ਪ੍ਰਾਰਥਨਾ ਕਰਨੀ। ਉਹ ਸੋਚਦੇ ਹਨ ਇਹ ਤੂਫਾਨ ਇੰਨਾ ਕਠਿਨ ਹੈ, ਇਹ ਚੁਣੌਤੀ ਇੰਨੀ ਕਠਿਨ ਹੈ, ਇਹ ਸਾਡੇ ਹੱਥ ਵੱਸ ਤੋਂ ਬਾਹਰ ਹੋ ਚੁੱਕੀ ਹੈ, ਹੁਣ ਕੁਝ ਨਹੀਂ ਹੋ ਸਕਦਾ। ਤੂਫਾਨ ਵਿਸ਼ਵਾਸ ਨੂੰ ਤੋੜ ਦਿੰਦੇ ਹਨ, ਅਵਿਸ਼ਵਾਸ ਵਿੱਚ ਲੈ ਕੇ ਆ ਜਾਂਦੇ ਹਨ। ਹੋਰ ਤੂਫਾਨ ਕੀ ਕਰਦਾ ਹੈ? ਜਦੋਂ ਤੂਫਾਨ ਆ ਜਾਂਦੇ ਹਨ ਉਹ ਪ੍ਰਭੂ ਯੇਸ਼ੂਆ ਨੂੰ ਜੋ ਵੀ ਮਤਲਬ ਕਿ ਜਦੋਂ ਤੂਫਾਨ ਤੁਹਾਡੇ ਜੀਵਨ ਦੇ ਵਿੱਚ ਆਉਂਦੇ ਹਨ, ਕੁਝ ਲੋਕ ਇੱਦਾਂ ਦੇ ਹੁੰਦੇ ਹਨ, ਉਹ ਮੈਂ ਤੁਹਾਨੂੰ ਦੱਸਾਂਗਾ ਜਦੋਂ ਇਸ ਆਇਤ ਨੂੰ ਜਦੋਂ ਆਪਾਂ ਅੱਗੇ ਪੜਾਂਗੇ। ਤਾਂ ਉਹ ਤੂਫਾਨਾਂ ਦੇ ਵਿੱਚ ਉਹ ਲੋਕ ਆਪਣੇ ਆਪ ਨੂੰ ਇੰਨਾ ਕਿ ਆਪਣੇ ਆਪ ਤੇ ਨਿਰਭਰ ਹੁੰਦੇ ਹਨ, ਉਹ ਕਹਿੰਦੇ ਹਨ ਕਿ ਨਹੀਂ ਸਾਡਾ ਆਪਣੇ ਆਪ ਹੀ ਹੋ ਜਾਵੇਗਾ, ਅਸੀਂ ਕਰ ਲਵਾਂਗੇ, ਸਾਡੀਆਂ ਪ੍ਰਾਰਥਨਾ ਕਰ ਲੈਣਗੀਆਂ। ਉਹ ਚੁੱਪ ਚੁਪੀਤੇ ਬੈਠੇ ਰਹਿੰਦੇ ਹਨ ਤੇ ਕੁਝ ਲੋਕ ਆਪਣੇ ਦਾਸਾਂ ਉੱਤੇ ਹੀ ਭਰੋਸਾ ਕਰਦੇ ਹਨ। ਕਿਵੇਂ ਲਿਖਿਆ ਹੈ ਤੁਸੀਂ ਜਦੋਂ ਅੱਗੇ ਪੜ੍ਹਦੇ ਹੋ, ਜਦੋਂ ਆਪਾਂ 27 ਪੜ੍ਹਦੇ ਹਾਂ, ਪਰ ਯੇਸ਼ੂਆ ਨੇ ਝੱਟ ਉਹਨਾਂ ਨੂੰ ਆਖਿਆ ਹੌਸਲਾ ਰੱਖੋ, ਮੈਂ ਹਾਂ, ਨਾ ਡਰੋ। ਤਦ ਪਤਰਸ ਨੇ ਉਹਨੂੰ ਆਖਿਆ, 28 ਆਇਤ ਵਿੱਚ ਪਤਰਸ ਨੇ ਉਹਨੂੰ ਆਖਿਆ, ਪ੍ਰਭੂ ਜੀ ਜੇ ਤੂੰ ਹੈ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ। ਹਾਲੇਲੂਇਆ। ਹੁਣ ਤੁਸੀਂ ਇੱਥੇ ਦੇਖੋ 12 ਚੇਲੇ ਹੈ, 12 ਚੇਲੇ ਹਨ। 12 ਦੇ 12 ਚੇਲਿਆਂ ਦੇ ਵਿੱਚੋਂ ਇੱਕ ਮਨੁੱਖ ਉੱਠ ਕੇ ਕਹਿ ਰਿਹਾ ਹੈ, ਪ੍ਰਭੂ ਯੇਸ਼ੂਆ ਅਗਰ ਤੂੰ ਹੈ ਤਾਂ ਮੈਨੂੰ ਆਪਣੀ ਵੱਲ ਆਉਣ ਦੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੂਫਾਨਾਂ ਦੇ ਵਿੱਚ ਕੁਝ ਲੋਕ, ਕੁਝ ਚਰਚ ਦੇ ਵਿੱਚ ਅਵਿਸ਼ਵਾਸੀ ਹੋ ਜਾਂਦੇ ਹਨ। ਤੂਫਾਨਾਂ ਦੇ ਵਿੱਚ ਉਹ ਆਪਣੇ ਆਪ ਨੂੰ ਚੁੱਪ ਕਰਕੇ ਬਿਠਾ ਲੈਂਦੇ ਹਨ। ਪਰਿਵਾਰਾਂ 'ਚ ਇੱਦਾਂ ਹੁੰਦਾ ਹੈ, ਕਲੀਸਿਆਵਾਂ ਦੇ ਵਿੱਚ ਇੱਦਾਂ ਹੁੰਦਾ ਹੈ। ਬਾਈਬਲ 'ਚ ਲਿਖਿਆ ਨਾ, ਤੂੰ ਬਚ ਤੇਰਾ ਘਰਾਨਾ ਬਚਾਇਆ ਜਾਏਗਾ। ਇੱਕ ਜਣੇ ਦੇ ਵਿਸ਼ਵਾਸ ਦਾ ਕਰਕੇ ਪਤਰਸ ਉੱਠਿਆ, ਕਹਿੰਦਾ ਪ੍ਰਭੂ ਯੇਸ਼ੂਆ ਅਗਰ ਤੂੰ ਹੈ ਤਾਂ ਮੈਨੂੰ ਆਪਣੀ ਵੱਲ ਆਉਣ ਦੇ। ਬਾਕੀ 11 ਕੀ ਕਰਦੇ ਸੀ? ਅੱਜ ਕਲੀਸਿਆਵਾਂ ਦੇ ਵਿੱਚ ਬਾਕੀ ਕੀ ਕਰ ਰਹੇ ਹਨ? ਆਰਾਮ ਨਾਲ ਬੈਠੇ ਹਨ। ਨਾ ਉਹਨਾਂ ਨੂੰ ਤੂਫਾਨ ਦੀ ਟੈਨਸ਼ਨ, ਨਾ ਉਹਨਾਂ ਨੂੰ ਪ੍ਰਭੂ ਯੇਸ਼ੂਆ ਦੀ ਵੱਲ ਦੌੜਨ ਦੀ ਕੋਈ ਚਾਹਤ। ਅੱਜ ਜੋ ਮਹਾਮਾਰੀ ਦਾ ਤੂਫਾਨ ਹੈ, ਕੀ ਕਰ ਰਹੇ ਹਨ? ਬੈਠੇ ਹਨ।
ਪਰਿਵਾਰ ਬੈਠੇ ਹਨ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪ੍ਰਭੂ ਯੇਸ਼ੂਆ ਨੂੰ ਭੀੜ ਦਾ ਵਿਸ਼ਵਾਸ ਨਹੀਂ ਚਾਹੀਦਾ, ਪ੍ਰਭੂ ਯੇਸ਼ੂਆ ਨੂੰ ਤੁਹਾਡਾ ਵਿਸ਼ਵਾਸ ਚਾਹੀਦਾ ਹੈ। ਪ੍ਰਭੂ ਯੇਸ਼ੂਆ ਨੂੰ ਤੁਹਾਡੇ ਪਰਿਵਾਰ ਨੂੰ ਬਚਾਉਣ ਦੇ ਲਈ ਕੋਈ ਵੱਡੀ ਭੀੜ ਨਹੀਂ ਚਾਹੀਦੀ, ਵੱਡੀ ਸੰਗਤੀ ਨਹੀਂ ਚਾਹੀਦੀ, ਵੱਡਾ ਕੋਈ ਸਮੂਹ ਨਹੀਂ ਚਾਹੀਦਾ, ਤੁਹਾਡਾ ਵਿਸ਼ਵਾਸ ਚਾਹੀਦਾ ਹੈ। ਪਤਰਸ ਉੱਠਿਆ, ਪ੍ਰਭੂ ਯੇਸ਼ੂਆ ਅਗਰ ਤੂੰ ਹੈ ਤਾਂ ਮੈਨੂੰ ਆਪਣੀ ਵੱਲ ਆਉਣ ਦੇ। ਅੱਜ ਤੁਸੀਂ ਅਗਰ ਆਪਣੇ ਪਰਿਵਾਰ ਨੂੰ, ਆਪਣੀ ਕਲੀਸਿਆ ਨੂੰ, ਆਪਣੀ ਚਰਚ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ, ਉਸ ਸਮੁੰਦਰ 'ਚ, ਉਸ ਤੂਫਾਨ 'ਚੋਂ ਡੁੱਬਣਾ ਬਚਾਉਣਾ ਚਾਹੁੰਦੇ ਹੋ, ਇਹ ਨਾ ਸੋਚੋ ਕਿ ਮੇਰੇ ਭਾਈ ਬੈਠੇ ਹਨ, ਮੇਰੀਆਂ ਭੈਣਾਂ ਵੀ ਬੈਠੀਆਂ ਹਨ, ਮੈਨੂੰ ਕੀ ਲੋੜ ਹੈ, ਪਾਸਟਰ ਨਹੀਂ ਪ੍ਰਾਰਥਨਾ ਕਰਦਾ, ਮੈਨੂੰ ਕੀ ਲੋੜ ਹੈ, ਚਰਚ ਨਹੀਂ ਅੱਗੇ ਵਧ ਰਿਹਾ, ਮੈਨੂੰ ਕੀ ਲੋੜ ਹੈ। ਹਾਲੇਲੂਇਆ। ਪ੍ਰਭੂ ਯੇਸ਼ੂਆ ਦੀ ਵੱਲ ਦੇਖੋ। ਪਤਰਸ ਉੱਠਿਆ, ਪ੍ਰਭੂ ਯੇਸ਼ੂਆ ਦੀ ਵੱਲ ਦੇਖਿਆ, 12 ਦੇ 12 ਦੇ ਵਿੱਚੋਂ 11 ਜਣੇ ਚੁੱਪ ਕਰਕੇ, ਜਿਹਨੂੰ ਪੰਜਾਬੀ 'ਚ ਕਹ ਲਓ ਕਿ ਘੁੱਗੂ ਬਣ ਕੇ ਬੈਠੇ ਆ, ਪਰ ਪ੍ਰਭੂ ਨੂੰ ਦੇਖ ਕੇ ਪਤਰਸ ਕਹਿੰਦਾ, ਪ੍ਰਭੂ ਯੇਸ਼ੂਆ ਮੈਂ ਤੇਰੀ ਵੱਲ ਆਉਣਾ ਚਾਹੁੰਦਾ ਹਾਂ। ਔਰ ਜਦੋਂ ਪਰਿਵਾਰ ਦਾ ਇੱਕ ਮੈਂਬਰ, ਚਰਚ ਦਾ ਇੱਕ ਮੈਂਬਰ ਅਗਰ ਉਹ ਚਾਹਤ ਰੱਖੇ, ਵਿਸ਼ਵਾਸ ਰੱਖੇ, ਥੋੜਾ ਜਿਹਾ ਵੀ ਪ੍ਰਭੂ ਯੇਸ਼ੂਆ ਥੋੜੇ ਵਿਸ਼ਵਾਸ ਦੇ ਨਾਲ ਮੈਂ ਆਉਣਾ ਚਾਹੁੰਦਾ ਹਾਂ। ਪ੍ਰਭੂ ਯੇਸ਼ੂਆ ਦਾ ਵਚਨ 'ਚ ਲਿਖਿਆ, ਪ੍ਰਭੂ ਯੇਸ਼ੂਆ ਨੇ ਕਿਹਾ ਆ ਅਤੇ ਪਤਰਸ ਬੇੜੀਓਂ ਉਤਰ ਕੇ ਯੇਸ਼ੂਆ ਦੇ ਕੋਲ ਜਾਣ ਨੂੰ ਪਾਣੀ ਉੱਤੇ ਤੁਰਨ ਲੱਗਾ। ਸ਼ਾਇਦ ਜਦੋਂ ਅਗਲੀ 30 ਆਇਤ ਪੜ੍ਹਦੇ ਹਾਂ, ਪਰ ਪੌਣ ਵੇਖ ਕੇ ਡਰਿਆ ਔਰ ਜਾਂ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ। ਹੈ ਨਾ, ਇੱਥੇ ਜਦੋਂ ਆਪਾਂ ਦੇਖਦੇ ਹਾਂ ਤੂਫਾਨ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਚਾਹੇ ਕਿੰਨਾ ਵੀ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ, ਆਪਣੇ ਆਪ ਨੂੰ ਤੁਸੀਂ ਆਤਮਿਕ ਕਰੋ, ਤੂਫਾਨ ਇੱਕ ਹਿੱਸਾ ਹੈ ਤੁਹਾਡੇ ਜੀਵਨ ਦਾ। ਹੁਣ ਕਈਆਂ ਨੇ ਵਿੱਚੋਂ ਹੱਸ ਕੇ ਕਿਹਾ ਹੋਣਾ, ਦੇਖੋ ਪਤਰਸ, ਅਸੀਂ ਵੀ ਬੈਠੇ ਹੋਏ ਸੀ, ਆਰਾਮ ਨਾਲ ਬੈਠਾ ਰਹਿੰਦਾ ਹੈ, ਤੂਫਾਨ ਇੰਨਾ ਵੱਡਾ ਸੀ, ਤੂੰ ਉੱਠ ਕੇ ਭੱਜਣ ਗਿਆ, ਹੁਣ ਪਾਣੀ ਦੇ ਵਿੱਚ ਗੋਤੇ ਖਾ ਰਿਹਾ। ਸ਼ਾਇਦ ਤੁਹਾਡਾ ਵਿਸ਼ਵਾਸ ਤੁਹਾਡੇ ਚਰਚ ਦੇ ਲੋਕਾਂ ਦੇ ਲਈ, ਤੁਹਾਡੇ ਪਰਿਵਾਰ ਦੇ ਲੋਕਾਂ ਦੇ ਲਈ ਇਹ ਮੂਰਖਤਾ ਦੀ ਗੱਲ ਹੋਵੇ, ਲੇਕਿਨ ਬਾਈਬਲ ਦੇ ਵਿੱਚ ਦੇਖੋ, ਪ੍ਰਭੂ ਯੇਸ਼ੂਆ ਨੂੰ, ਆਪਣੇ ਚੇਲੇ ਨੂੰ, ਆਪਣੇ ਉੱਤੇ ਨਿਗਾਹ ਰੱਖਣ ਵਾਲੇ ਨੂੰ, ਆਪਣੇ ਉੱਤੇ ਵਿਸ਼ਵਾਸ ਕਰਨ ਵਾਲੇ ਨੂੰ ਉਹ ਕਦੀ ਵੀ ਨਹੀਂ ਛੱਡਦਾ, ਕਦੀ ਵੀ ਨਹੀਂ ਛੱਡਦਾ। ਪਰ ਇੱਕ ਗੱਲ ਦਾ ਯਾਦ ਰੱਖੋ, ਜਦੋਂ ਵੀ ਤੂਫਾਨ ਆਉਂਦੇ ਆ, ਤੁਹਾਡੇ ਜੀਵਨ 'ਚ ਚੁਣੌਤੀਆਂ ਆਉਂਦੀਆਂ, ਤੁਹਾਡਾ ਮਨ ਕਿੱਥੇ ਹੈ? ਦੇਖੋ, ਸਲਾਹਾਂ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਬਹੁਤ ਲੋਕੀ ਕੀ ਕਰਦੇ ਆ, ਬਹੁਤ ਜ਼ਿਆਦੀਆਂ ਸਲਾਹਾਂ। ਹੁਣ ਜਦੋਂ ਪ੍ਰਭੂ ਯੇਸ਼ੂਆ ਨੇ ਕਿਹਾ ਮੈਂ ਹਾਂ, ਨਾ ਡਰੋ, ਪਤਰਸ ਨੇ ਨਹੀਂ ਕਿਹਾ ਯਹੂਨਾ ਮੈਂ ਦੇਖਾਂ ਪ੍ਰਭੂ ਯੇਸ਼ੂਆ ਹੈ ਕਿ ਨਹੀਂ, ਮੈਂ ਦੇਖਾਂ ਮੱਤੀ ਕੁਛ ਕਰਕੇ। ਬਾਕੀ ਚੇਲਿਆਂ ਨੂੰ ਪੁੱਛਿਆ, ਨਹੀਂ, ਪ੍ਰਭੂ ਯੇਸ਼ੂਆ ਮੈਂ ਤੇਰੀ ਵੱਲ ਆਉਣਾ ਚਾਹੁੰਦਾ ਹਾਂ। ਪ੍ਰਭੂ ਯੇਸ਼ੂਆ ਨੇ ਕਿਹਾ ਆ। ਸੰਸਾਰ ਦੀ ਜਦੋਂ ਇਹ ਤੂਫਾਨ, ਸੰਸਾਰ ਦੀਆਂ ਤੂਫਾਨ ਜਿਹੜੇ ਆ ਜਦੋਂ ਹਿੱਟ ਕਰਦੇ ਆ ਤਾਂ ਉਹ ਵਿਸ਼ਵਾਸੀ ਨੂੰ, ਪਾਸਟਰ ਨੂੰ, ਉਹਦੀ ਚਰਚ ਨੂੰ, ਪਰਿਵਾਰ ਨੂੰ ਲਾਜ਼ਮ ਹਿੱਟ ਕਰਦੇ ਆ। ਇੱਕ ਇਸ ਗੱਲ ਦੇ ਉੱਤੇ ਸਿੱਖਣ ਦੀ ਔਰ ਦੇਖਣ ਦੀ ਵੀ ਇੱਕ ਸਿੱਖਣ ਦੀ ਗੱਲ ਹੈ। ਯਾਦ ਰੱਖੋ ਕਿ ਤੂਫਾਨ ਪ੍ਰਭੂ ਯੇਸ਼ੂਆ ਨੂੰ ਕੋਈ ਵੀ ਅਸਰ ਨਹੀਂ ਕਰ ਸਕਦੇ। ਇੱਕੋ ਹੀ ਸ਼ਖਸ ਹੈ, ਇੱਕੋ ਹੀ ਪਰਮੇਸ਼ਵਰ ਹੈ ਜਿਹਦੇ ਉੱਤੇ ਇਸ ਸੰਸਾਰ ਦਾ ਤੂਫਾਨ, ਇਸ ਸੰਸਾਰ ਦੀਆਂ ਟੈਨਸ਼ਨਾਂ, ਇਸ ਸੰਸਾਰ ਦੀਆਂ ਕੋਈ ਵੀ ਗੱਲ ਉਹਦੇ ਉੱਤੇ ਅਸਰ ਨਹੀਂ ਕਰਦੀ, ਪਰ ਬਾਕੀ ਹਰ ਇੱਕ ਦੇ ਉੱਤੇ ਕਰਦੀ ਹੈ। ਜਦੋਂ ਪਤਰਸ ਡੁੱਬਣ ਲੱਗਾ, ਉਹਨੇ ਆਪਣੇ ਨਾਲਦਿਆਂ ਨੂੰ ਨਹੀਂ ਪੁਕਾਰਿਆ। ਬਹੁਤ ਸਾਰੇ ਕੀ ਕਰਦੇ ਆ, ਜਦੋਂ ਵਿਸ਼ਵਾਸ ਦੇ ਵਿੱਚ ਉੱਠ ਕੇ ਥੋੜਾ ਜਿਹਾ ਕਦਮ ਵੱਧਦੇ ਆ, ਜਦੋਂ ਥੋੜੀ ਨਿਰਾਸ਼ਾ ਦਿਖਦੀ ਆ, ਪਾਸਟਰ ਜੀ, ਭਾਈ ਜੀ, ਘਰ ਦੇ ਮੈਂਬਰਾਂ ਨੂੰ ਪੁਕਾਰਦੇ ਆ। ਜਦੋਂ ਬੰਦਾ ਡੁੱਬਣ ਲੱਗਦਾ ਆ ਪਾਣੀ ਦੇ ਵਿੱਚ, ਮੇਰੇ ਖਿਆਲ ਦੇ ਨਾਲ 1 ਜਾਂ 2 ਮਿੰਟ ਨਹੀਂ ਤਾਂ ਵੱਧ ਤੋਂ ਵੱਧ 3 ਮਿੰਟ ਕਾਫੀ ਹੁੰਦੇ ਆ ਡੁੱਬਣ ਦੇ ਲਈ, ਕਿਉਂਕਿ ਉਹਦੇ ਗੁਰਦਿਆਂ ਦੇ ਵਿੱਚ ਪਾਣੀ ਪੈ ਜਾਂਦਾ ਤੇ ਉਹ ਮਰ ਜਾਂਦਾ ਆ। ਇੱਥੇ ਦੇਖੋ ਪਤਰਸ ਹੁਣ ਡੁੱਬ ਰਿਹਾ ਵਾ, ਇੱਕਦਮ ਉਹਦਾ ਧਿਆਨ, ਤੂਫਾਨ ਨੇ ਉਹਨੂੰ ਹਿੱਟ ਕੀਤਾ, ਤੂਫਾਨ ਉਹਦੇ ਖਿਲਾਫ ਹੋ ਗਿਆ, ਉਹ ਥੱਲੇ ਡਿੱਗਾ, ਡੁੱਬਣ ਲੱਗਾ।
ਇਸ ਥੋੜੇ ਜਿਹੇ ਸਮੇਂ ਦੇ ਵਿੱਚ ਨਾ ਤੇ ਉਹਨੇ ਬੇੜੀ ਵੱਲ ਦੇਖਿਆ, ਨਾ ਆਪਣੇ ਭਰਾਵਾਂ ਵੱਲ ਦੇਖਿਆ। ਉਸ ਦੇ ਵਿੱਚ ਵੀ, ਉਸ ਤੂਫਾਨ ਦੇ ਵਿੱਚ ਵੀ, ਉਸ ਮੌਤ ਦੇ ਮੂੰਹ ਦੇ ਵਿੱਚ ਵੀ ਉਸ ਨੇ ਪੁਕਾਰ ਕੇ ਕਿਹਾ, ਪ੍ਰਭੂ ਯੀਸ਼ੂਆ ਮੈਨੂੰ ਬਚਾ ਲੈ। ਮੈਂ ਤੁਹਾਨੂੰ ਪੁੱਛਦਾ ਹਾਂ, ਤੁਹਾਡੇ ਤੂਫਾਨਾਂ ਦੇ ਵਿੱਚ ਤੁਹਾਡਾ ਪਹਿਲਾ ਨਿਰਣੇ ਕੀ ਹੁੰਦਾ ਹੈ? ਤੁਹਾਡੀ ਚੁਣੌਤੀ ਦੇ ਵਿੱਚ ਤੁਹਾਡਾ ਪਹਿਲਾ ਨਿਰਣੇ ਕੀ ਹੁੰਦਾ ਹੈ? ਮੈਂ ਕਿਸ ਨੂੰ ਪੁਕਾਰਨਾ ਹੈ? ਹਾਲੇਲੂਇਆ। ਦੋ ਗੱਲਾਂ ਤੂਫਾਨਾਂ ਦੇ ਵਿੱਚ ਧਿਆਨ ਰੱਖਿਓ। ਪਹਿਲੀ ਗੱਲ ਕਿ ਜਦੋਂ ਤੂਫਾਨ ਚੁਣੌਤੀ ਤੁਹਾਡੇ ਖਿਲਾਫ ਹੁੰਦੀ ਹੈ, ਤੁਸੀਂ ਕਿਹਦੇ ਵੱਲ ਤੱਕਦੇ ਹੋ? ਦੂਜੀ ਗੱਲ ਕਿ ਜਦੋਂ ਤੂਫਾਨ ਚੁਣੌਤੀਆਂ ਤੁਹਾਡੇ ਖਿਲਾਫ ਹੁੰਦੀਆਂ ਹਨ ਤਾਂ ਤੁਸੀਂ ਕਿਸ ਨੂੰ ਪੁਕਾਰਦੇ ਹੋ? ਹਾਲੇਲੂਇਆ, ਹਾਲੇਲੂਇਆ। ਬਹੁਤ ਸਾਰੇ ਵਿਸ਼ਵਾਸੀ ਇਸੇ ਹੀ ਕਰਕੇ ਆਪਣੇ ਚੁਣੌਤੀਆਂ ਦੇ ਵਿੱਚ ਹਾਰ ਜਾਂਦੇ ਹਨ। ਬਹੁਤ ਸਾਰੇ ਚਰਚ, ਬਹੁਤ ਸਾਰੇ ਪਰਿਵਾਰ ਅੱਜ ਆਪਣੀ ਨਿਰਾਸ਼ਾ ਦੇ ਵਿੱਚ ਕਮਜ਼ੋਰ ਕਿਉਂ ਹੋ ਜਾਂਦੇ ਹਨ? ਕਿਉਂਕਿ ਉਹ ਪ੍ਰਭੂ ਯੀਸ਼ੂਆ ਦੀ ਵੱਲ ਨਹੀਂ ਤੱਕਦੇ, ਪ੍ਰਭੂ ਯੀਸ਼ੂਆ ਨਹੀਂ ਪੁਕਾਰਦੇ। ਉਹ ਕੀ ਹੋ ਜਾਂਦਾ? ਜਾਂ ਤੇ 11 ਚੇਲਿਆਂ ਦੀ ਤਰ੍ਹਾਂ ਚੁੱਪਚਾਪ ਬੈਠੇ ਹਨ। ਨਾ ਤੇ ਉਹਨਾਂ ਨੂੰ ਇਹ ਫਰਕ ਪੈਂਦਾ ਹੈ ਕਿ ਇਹ ਤੂਫਾਨ ਉਹਨਾਂ ਦੀ ਜ਼ਿੰਦਗੀ ਨੂੰ ਕੀ ਹਿੱਟ ਕਰਦੇ ਹਨ, ਤੇ ਨਾ ਹੀ ਉਹਨਾਂ ਦੇ ਅੰਦਰ ਇਹ ਖਿੱਚ ਹੁੰਦੀ ਹੈ ਕਿ ਤੂਫਾਨ ਦੇ ਵਿੱਚ ਅਸੀਂ ਪ੍ਰਭੂ ਯੀਸ਼ੂਆ ਦੀ ਵੱਲ ਦੌੜੀਏ। ਹਾਲੇਲੂਇਆ। ਪਤਰਸ ਦਾ ਵਿਸ਼ਵਾਸ ਤੁਸੀਂ ਪੜ੍ਹੋ, ਕਿੰਨਾ ਕੁ ਵਿਸ਼ਵਾਸ ਸੀ। ਉਹਨੇ ਕਿਹਾ, ਪ੍ਰਭੂ ਜੀ ਮੈਨੂੰ ਬਚਾ ਲੈ, ਅਤੇ ਝੱਟ ਪ੍ਰਭੂ ਯੀਸ਼ੂਆ ਨੇ ਹੱਥ ਲੰਮਾ ਕਰਕੇ ਉਹਨੂੰ ਫੜ ਲਿਆ ਅਤੇ ਉਹਨੂੰ ਆਖਿਆ, ਹੇ ਥੋੜੀ ਪ੍ਰਤੀਤ ਵਾਲਿਆ, ਥੋੜੇ ਜਿਹੇ ਵਿਸ਼ਵਾਸ ਵਾਲਿਆ, ਰਾਈ ਦੇ ਦਾਣੇ ਦੇ ਜਿੰਨਾ ਵਿਸ਼ਵਾਸ ਵਾਲਿਆ। ਹਾਲੇਲੂਇਆ। ਥੋੜਾ ਜਿਹਾ ਵਿਸ਼ਵਾਸ ਤੁਹਾਡੇ ਪਰਿਵਾਰ ਨੂੰ ਬਚਾ ਸਕਦਾ ਹੈ। ਥੋੜਾ ਜਿਹਾ ਵਿਸ਼ਵਾਸ ਤੁਹਾਡੀ ਕਲੀਸਿਆ ਨੂੰ ਇੱਕ ਨਵੀਂ ਦਿਸ਼ਾ ਦੇ ਸਕਦਾ ਹੈ। ਥੋੜਾ ਜਿਹਾ ਵਿਸ਼ਵਾਸ ਤੁਹਾਡੇ ਘਰਾਣੇ ਨੂੰ ਬਚਾ ਸਕਦਾ ਹੈ, ਤੁਹਾਡੇ ਪਿੰਡ ਨੂੰ ਬਚਾ ਸਕਦਾ ਹੈ, ਤੁਹਾਡੇ ਦੇਸ਼ ਨੂੰ ਬਚਾ ਸਕਦਾ ਹੈ, ਤੁਹਾਡੀ ਕੰਪਨੀ ਨੂੰ ਬਚਾ ਸਕਦਾ ਹੈ। ਹਾਲੇਲੂਇਆ। ਤੂਫਾਨਾਂ ਦੇ ਵਿੱਚ ਵੀ ਪ੍ਰਭੂ ਯੀਸ਼ੂਆ ਨੇ ਹੱਥ ਲੰਬਾ ਕਰਕੇ ਪਤਰਸ ਨੂੰ ਬਚਾ ਲਿਆ, ਕਿਉਂਕਿ ਪਤਰਸ ਨੇ ਆਪਣੇ ਤੂਫਾਨ ਦੇ ਵਿੱਚ ਆਪਣੇ ਭਰਾਵਾਂ ਨੂੰ ਨਹੀਂ ਦੇਖਿਆ, ਆਪਣੇ ਪਿੱਛੇ ਨਹੀਂ ਦੇਖਿਆ, ਬਲਕਿ ਆਪਣੇ ਖੁਦਾਵੰਦ ਨੂੰ ਦੇਖਿਆ ਔਰ ਉਹਨੂੰ ਪੁਕਾਰ ਕੇ ਕਿਹਾ, ਪ੍ਰਭੂ ਯੀਸ਼ੂਆ ਮੈਨੂੰ ਬਚਾ ਲੈ। ਔਰ ਥੋੜੇ ਸਮੇਂ ਦੇ ਵਿੱਚ ਬਾਈਬਲ 'ਚ ਲਿਖਿਆ, ਝੱਟ ਕਰਕੇ ਪ੍ਰਭੂ ਯੀਸ਼ੂਆ ਨੇ ਆਪਣਾ ਹੱਥ ਲੰਬਾ ਕਰਕੇ ਉਹਨੂੰ ਬਚਾ ਲਿਆ। ਹਾਲੇਲੂਇਆ, ਹਾਲੇਲੂਇਆ। ਔਰ ਬਾਈਬਲ 'ਚ ਜਦੋਂ ਅੱਗੇ ਦੇਖਦੇ ਹਾਂ, ਔਰ ਜਾਂ ਉਹ ਬੇੜੀ ਉੱਤੇ ਚੜ੍ਹ ਗਏ ਤਾਂ ਪੌਣ ਥੰਮ ਗਈ। ਫਿਰ ਜਿਹੜੇ ਲੋਕਾਂ ਨੇ ਬੇੜੀ ਉੱਤੇ ਸਨ, ਉਹਨਾਂ ਨੇ ਉਸ ਅੱਗੇ ਮੱਥਾ ਟੇਕਿਆ ਆਖ ਕੇ ਮੱਥਾ ਟੇਕਿਆ ਕਿ ਤੂੰ ਸੱਚਮੁੱਚ ਪਰਮੇਸ਼ਵਰ ਦਾ ਪੁੱਤਰ ਹੈ। ਹਾਲੇਲੂਇਆ। ਪ੍ਰਭੂ ਯੀਸ਼ੂਆ ਦੇ ਅੱਗੇ ਹਰ ਇੱਕ ਘੁਟਨਾ ਟਿਕੇਗਾ ਤੇ ਹਰ ਜ਼ੁਬਾਨ ਪੁਕਾਰ ਕੇ ਕਹੇਗੀ, ਪ੍ਰਭੂ ਯੀਸ਼ੂਆ ਤੂੰ ਹੀ ਪਰਮੇਸ਼ਵਰ ਹੈ। ਅੱਜ ਸੰਸਾਰ ਤੁਹਾਡੇ ਵਿਸ਼ਵਾਸ ਨੂੰ ਚਾਹੇ ਮਖੌਲ ਉਡਾਉਂਦਾ ਹੈ, ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ, ਤੁਹਾਡੇ ਵਿਸ਼ਵਾਸ ਦਾ ਕਰਕੇ ਜਦੋਂ ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਆਏਗੀ, ਬਦਲਾਵ ਆਏਗਾ, ਤੁਹਾਡੇ ਤੂਫਾਨ ਜਦੋਂ ਥੰਮ ਜਾਣਗੇ, ਤਾਂ ਉਹੀ ਲੋਕ ਜਿਹੜੇ ਤੁਹਾਨੂੰ ਬਖੌਲ ਕਰਦੇ ਹਨ, ਜਿਹੜੇ ਤੁਹਾਡੇ ਨਾਲ ਖੜੇ ਨਹੀਂ ਹਨ, ਉਹ ਵੀ ਘੁਟਨਿਆਂ ਪਾਰ ਆ ਕੇ ਕਹਿਣਗੇ, ਪ੍ਰਭੂ ਯੀਸ਼ੂਆ ਤੂੰ ਹੀ ਸੱਚਾ ਪਰਮੇਸ਼ਵਰ ਹੈ। ਹਾਲੇਲੂਇਆ। ਯਾਦ ਰੱਖੋ, ਤੂਫਾਨਾਂ ਨੂੰ ਥਮਾਉਣ ਦੀ ਸ਼ਕਤੀ ਪ੍ਰਭੂ ਯੀਸ਼ੂਆ ਦੇ ਕੋਲ ਹੈ, ਔਰ ਤੂਫਾਨਾਂ ਦੇ ਵਿੱਚ ਤੁਹਾਨੂੰ ਬਚਾਉਣ ਦੀ ਸ਼ਕਤੀ ਪ੍ਰਭੂ ਯੀਸ਼ੂਆ ਦੇ ਕੋਲ ਹੈ। ਆਪਣੇ ਆਪ ਨੂੰ ਤਿਆਰ ਕਰੋ, ਆਪਣਾ ਮਨ ਪ੍ਰਭੂ ਯੀਸ਼ੂਆ ਦੇ ਉੱਤੇ ਲਗਾਓ। ਥੋੜਾ ਜਿਹਾ ਵਿਸ਼ਵਾਸ ਪ੍ਰਭੂ ਯੀਸ਼ੂਆ ਨੂੰ ਤੁਹਾਡੀ ਵੱਲ ਕੇਂਦਰਿਤ ਕਰ ਸਕਦਾ ਹੈ। ਅੱਜ ਆਪਣੇ ਤੂਫਾਨਾਂ ਨੂੰ ਯਾਦ ਕਰੋ, ਆਪਣੀ ਚੁਣੌਤੀਆਂ ਨੂੰ ਯਾਦ ਕਰੋ। ਸ਼ਾਇਦ ਤੁਹਾਡੀ ਚੁਣੌਤੀ ਨਸ਼ਾ ਹੈ, ਤੁਹਾਡੀ ਚੁਣੌਤੀ ਤੁਹਾਡੀਆਂ ਅੱਖਾਂ ਦਾ ਬੁਰਾ ਦੇਖਣਾ ਹੈ, ਸ਼ਾਇਦ ਤੁਹਾਡੀ ਚੁਣੌਤੀ ਤੁਹਾਡੇ ਘਰ ਦੀ ਗਰੀਬੀ ਹੈ, ਚਾਹੇ ਤੁਹਾਡੀ ਚੁਣੌਤੀ ਤੁਹਾਡੇ ਅੱਗੇ ਬੇਰੁਜ਼ਗਾਰੀ ਹੈ, ਸ਼ਰਾਬ ਹੈ, ਜਾਦੂ ਟੂਣਾ ਹੈ, ਘਰ ਦੇ ਵਿੱਚ ਪ੍ਰੋਬਲਮ ਹੈ, ਆਸ਼ੀਸ਼ਾਂ ਨਹੀਂ ਠਹਿਰਦੀਆਂ। ਜੋ ਵੀ ਤੁਹਾਡੀ ਚੁਣੌਤੀ ਹੈ, ਆਪਣੇ ਚੁਣੌਤੀ ਦੇ ਵਿੱਚ, ਆਪਣੇ ਇਸ ਤੂਫਾਨ ਦੇ ਵਿੱਚ ਤੁਸੀਂ ਕਿਸ ਵੱਲ ਤੱਕਦੇ ਹੋ? ਅੱਜ ਤੁਸੀਂ ਨਿਰਣੇ ਲੈਣਾ ਹੈ, ਤੁਸੀਂ ਨਿਰਣੇ ਲੈਣਾ ਹੈ। ਜਿਵੇਂ ਇਸ ਬੇੜੀ ਦੇ ਵਿੱਚ 12 ਚੇਲਿਆਂ ਦੇ ਵਿੱਚ ਇੱਕ ਨੇ ਨਿਰਣੇ ਲਿਆ
कि मैं प्रभु यीशुआ दी वल जाना है। बाकी 11 तूफान दे विच ठंडे होके बैठे आ, पर एक ने निर्णय लिया, मैं इस तूफान दे विच भी प्रभु यीशुआ तेरी वल आवांगा। ओदा ये निर्णय ओदे चेले ओदे बाकी 11 भाइयों नूं भी बचा गए और उन्हां दी जिंदगी दा तूफान भी थम गया और जिस जगह ते प्रभु यीशुआ नाल लैके जाना चाहुंदा सी वो सारे पुज भी गए। हालेलुया। अज तुहाडी वारी है। अज अपने आप नूं तैयार करो। अज तुसी निर्णय लो कि तूफानां दे विच अपना जीवन बिताउणा है जां एक निर्णय लैके प्रभु यीशुआ दी वल जाना है। जां अज तुसी अपने कलीसिया दे भैन भरावां ते विश्वास रखना है, उन्हां दे नाल बैठ के तूफानां दा इंतजार करना है, वो खत्म होने का इंतजार करना है, जां पतरस वांगू खड़े होके प्रभु यीशुआ मैं तेरी वल आउंदा हां। जां तुसी ये इंतजार करना है कि कदों प्रभु दा दास मेरे सिर ते हाथ रखेगा, उदों मैं तकड़ा हो जावांगा, उदों मेरे तूफान टल जाणगे। कि जां आप निर्णय लेना है विश्वास दे नाल, प्रभु यीशुआ मैं तेरी वल आउंदा हां, मैं तेरी वल आउंदा हां, मैं तेरी वल आउंदा हां। अज तुहाडे निर्णय दी वारी है, अज तुहाडे डिसीजन दी वारी है। अज अपने विश्वास को मजबूत करो। चुनौतियां दे विच, तूफानां दे विच, शराबां दे विच, बीमारियां दे विच एक है जो तेनू कहंदा है आ मैं तेनू पार ले जावांगा। प्रार्थना करो, अपने जीवन को समर्पण करके प्रार्थना करो। तू कहता है थम जा यहोवा राफा, तू ही मेरा शिफा कब्र के बीच में। तू कहता है थम जा, तू मेरी ताकत है, तू ही मेरा ईमान। तेरे कल में तू साथ मेरे था, आज भी मेरे साथ है खड़ा। गाने वाले कल में भी होगा, उड़ते हुए तूफानों में तू ही मेरी चट्टान। बढ़ती हुई लहरों पे तेरे कदमों के निशान। उड़ते हुए तूफानों में तू ही मेरी चट्टान। बढ़ती हुई लहरों पे तेरे कदमों के निशान। लिखा पांडोरी शिखारा मांदोरा पासा। उठते हुए तूफाना दे विच प्रभु यीशुआ ही साडी चट्टान है। वधदियां होईयां लहरां दे विच प्रभु यीशुआ दे ही निशान हैं, क्योंकि वो साडा फिक्र करता है, वो तुहानू बचाना चाहता है। तुहाडे तूफाना दे विच वो तुहाडे कोल आउंदा है। अपने आप को तैयार करो और कहो प्रभु यीशुआ मैं तेरी कोल आउंदा हां, और तूफाना दे विच वो तुहाडी मदद करता है। चाहे बीमारी दे तूफान होण, चाहे तुहाडे तूफानां दा नाम कोई भी क्यों ना होवे, चाहे तुहाडे तूफानां दी आकार कितना भी वड्डा क्यों ना होवे, चाहे तूफान तुहाडी चुनौती कितनी भी वड्डी कितनी भी पुरानी क्यों ना होवे, लेकिन आज प्रभु दा वचन तुहानू कहंदा है वो टल जाएगा, वो रुक जाएगा, वो खत्म हो जाएगा। विश्वास करो और प्रभु यीशुआ दी वल वधो। रिखा रातो रे बिशिंगा मंदोरा सा तुहाडे जीवन दे विचों सारियां दुष्ट आत्मावां ऐसे वाले निकल जांदियां हन। जो विश्वास करता है अपने हाथ रखे और कहे मैं प्रभु यीशुआ दे नाम च हर दुष्ट दी शक्ति तो आजाद हां, हर तूफान तो आजाद हां। तुहाडे जीवन दे विचों गरीबी दी आत्मा निकल रहे हैं, बेरोजगारी दा आत्मा छड़ के जा रहा है। तुसी प्रभु यीशुआ दी वल तकदे हो, जो दे उत्ते निगाह रखदे हन,
ਉਹ ਸ਼ਰਮਿੰਦਾ ਨਹੀਂ ਹੁੰਦੇ। ਜੋ ਪ੍ਰਭੂ ਯੀਸ਼ੂ ਤੇ ਭਰੋਸਾ ਰੱਖਦੇ ਹਨ ਉਹਨਾਂ ਦਾ ਸਿਰ ਉੱਚਾ ਹੁੰਦਾ ਹੈ, ਕਿਉਂਕਿ ਵਚਨ 'ਚ ਲਿਖਿਆ ਹੈ ਜਦੋਂ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਗਾ ਮੈਂ ਤੇਰੇ ਅੰਗ ਸੰਗ ਹੋਵਾਂਗਾ। ਤੁਹਾਡੇ ਤੂਫਾਨ ਨੂੰ ਅੱਜ ਕਹੋ ਮੇਰਾ ਖੁਦਾ ਮੇਰੇ ਨਾਲ ਹੈ, मेरा यीशु मेरे नाल है, तू थम जा। लिखा रबा शिखा रबा तोरा अंदर कमाशा तरफ तुहाडे तूफान अज टल गए हैं, तुहाडे तूफान अज खत्म हो चुके हैं, क्योंकि प्रभु यीशु तुहाडी टाल है, तुहाडा उच्चा गढ़ है, तुहाडी चट्टान है, वो तुहाडे छिपने की जगह है। रबा तोरा शिखा रबा तोरा सूरे खमा तोरा शिखा पा तोरा सा उठते हुए तूफानों में तू ही मेरी चट्टान, बढ़ती हुई लहरों पे तेरे कदमों के निशान। प्रभु यीशु मसीहा दे पवित्र नाम दे विच प्रभु जी जिन्होंने ने भी तुहाडी वल तकिया है अज उन्हां दे जीवन दे तूफान थम जा। सारा दुष्ट दा पाप, सारे गुजे पाप प्रभु यीशु दे नाम दे विच जो उन्हां दे जीवन च तूफान लेके आउंदे हन, जो चुनौतियां लेके आउंदे हन, इसे वक्त थम जा प्रभु यीशु दे नाम दे विच। ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅੱਜ ਦੀ ਇਬਾਦਤ ਦੇ ਲਈ, ਤੁਹਾਡੀ ਮੌਜੂਦਗੀ ਦੇ ਲਈ ਔਰ ਤੁਹਾਡੀ ਕਿਰਪਾ ਦੇ ਲਈ ਜੋ ਤੁਸੀਂ ਸਾਡੇ ਸਭ ਦੇ ਉੱਤੇ ਕੀਤੀ ਹੈ। ਪ੍ਰਭੂ ਜੀ ਸਾਰਾ ਆਦਰ ਸਾਰੀ ਮਹਿਮਾ ਅਸੀਂ ਤੁਹਾਨੂੰ ਹੀ ਦਿੰਦੇ ਹਾਂ। ਪ੍ਰਭੂ ਯੀਸ਼ੂ ਮਸੀਹਾ ਜੀ ਦੇ ਪਵਿੱਤਰ ਨਾਮ ਚ ਮੰਗਦੇ ਹਾਂ, ਆਮੀਨ। ਆਓ ਅਸੀਂ ਆਸ਼ੀਸ਼ ਲੈਂਦੇ ਹਾਂ। ਹੁਣ ਪ੍ਰਭੂ ਪਿਤਾ ਦਾ ਪਿਆਰ, ਪ੍ਰਭੂ ਯੀਸ਼ੂ ਦੀ ਸੰਗਤ ਔਰ ਪਵਿੱਤਰ ਆਤਮਾ ਦਾ ਮੇਲ ਮਿਲਾਪ ਹੁਣ ਤੋਂ ਲੈ ਕੇ प्रभु यीशु मसीहा जी दे दोबारा आने तक साडे सब दे नाल रहे। सब जन मिल के कहें आमीन आमीन हालेलुया। प्रभु आप सब नूं बहुत सारी आशीष और बरकत देवे। जय मसीह दी। थैंक यू।